ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਕਲਗੀ ਧਰ ਤਰਨ ਬਹਿ ਸੁੰਦਰ ਰੂਪ ਸਹਾਏ। ਜਬ ਤੇ ਪੰਮਾ ਕੇਸਰੀ ਮਾਰ ਦਿਏ ਨਿਗਸਾਏ। ਇਤ ਕਲਗੀ ਧਰ ਤਰਨ ਬਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨਾਂ 'ਤੇ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਇਕੱਤਰ ਹੋਏ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਾਹਿਬੇ ਕਮਾਲ ਸ਼ਮਸ਼ੇਰੇ ਬਹਾਦਰ ਪੰਥ ਦੇ ਵਾਲੇ ਚਿੱਟਿਆਂ ਬਾਜਾਂ ਵਾਲੇ ਦਸਮੇਸ਼ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ ਕੱਲ ਵੀ ਜਦੋਂ ਪੰਮਾ ਪੁਰੋਹਿਤ ਤੇ ਕੇਸਰੀ ਚੰਦ ਇਹ ਆਪਣੀ ਜ਼ੁਬਾਨ ਦਾ ਸਦਕਾ ਆਨੰਦਪੁਰ ਸਾਹਿਬ ਤੋਂ ਧੱਕੇ ਖਾ ਕੇ ਪਹੁੰਚੇ ਬਿਲਾਸਪੁਰ। ਪੱਗ ਜਾ ਕੇ ਲਾਹ ਕੇ ਰੱਖ ਦਿੱਤੀ ਇਹਨਾਂ ਨੇ ਭੀਮ ਚੰਦ ਦੇ ਅੱਗੇ ਵੀ ਸਾਡੀ ਹੁਣ ਪੱਗ ਬੰਨ੍ਹਣ ਦਾ ਕੀ ਫਾਇਦਾ, ਇੱਜ਼ਤ ਤਾਂ ਲੱਥ ਗਈ ਹੈ। ਗੁਰੂ ਨੇ ਨਰਾਦਰੀ ਕੀਤੀ ਹੈ, ਗੁਰੂ ਦੇ ਸਿੱਖਾਂ ਨੇ ਨਰਾਦਰੀ ਕੀਤੀ ਹੈ। ਉਹਨੇ ਆਖਿਆ ਸਾਰੀ ਗੱਲ ਦੱਸੋ। ਇਹਨਾਂ ਦੱਸਿਆ ਇੱਦਾਂ ਵੀ ਮਹਾਰਾਜ ਨੂੰ ਜਦੋਂ ਅਸੀਂ ਪੈਸਿਆਂ ਦੀ ਗੱਲ ਕਹੀ ਵੀ 4000 ਰੁਪਈਆ ਦੇਵਾਂਗੇ, ਹਾਥੀ ਜਦੋਂ ਦੇ ਕੇ ਜਾਵਾਂਗੇ, ਤਾਂ ਮਹਾਰਾਜ ਗੁੱਸੇ ਵਿੱਚ ਆ ਕੇ ਸਾਨੂੰ ਧੱਕੇ ਮਾਰ ਕੇ ਕਢਾ ਦਿੱਤਾ। ਭੀਮ ਚੰਦ ਇੱਜ਼ਤ ਸਾਡੀ ਨਹੀਂ ਗਈ, ਤੇਰੀ ਗਈ ਹੁਣ ਤਾਂ ਰਹਿ ਆਉਂਦੀ ਹੈ ਜੇ ਤੂੰ ਫੌਜਾਂ ਭੇਜੇ ਆਨੰਦਪੁਰੋਂ ਗੁਰੂ ਕਲਗੀਧਰ ਨੂੰ ਕੱਢ ਦਵੇਂ। ਜੇ ਦੁਬਾਰਾ ਉਹ ਵਸਣਾ ਵੀ ਚਾਹੁਣ ਤਾਂ ਆਪਣੇ ਅਧੀਨ ਕਰਕੇ, ਆਪਣੇ ਅਨੁਸਾਰੀ ਕਰਕੇ ਉਹਨਾਂ ਨੂੰ ਆਪਣੀ ਈਨ ਮਨਾ ਕੇ ਵਸਾ ਆਨੰਦਪੁਰ ਵਿੱਚ। ਉਸੇ ਵੇਲੇ ਗੁੱਸੇ 'ਚ ਆ ਕੇ ਚਿੱਠੀ ਲਿਖ ਕੇ ਆਨੰਦਪੁਰ ਸਾਹਿਬ ਭੇਜੀ ਵੀ ਕੋਈ ਆਪਣਾ ਸੰਗੀ ਸਾਥੀ ਮਹਾਰਾਜ ਬਣਾ ਲਓ, ਫੌਜਾਂ ਲੈ ਕੇ ਆ ਰਿਹਾ ਮੈਂ, ਜਾਂ ਤਾਂ ਹਾਥੀ ਭੇਜ ਦਿਓ ਚਿੱਠੀ ਪੜ੍ਹਦਿਆਂ ਹੀ, ਨਹੀਂ ਤਾਂ ਆਨੰਦਪੁਰ ਛੱਡ ਜਾਓ। ਜੇ ਨਹੀਂ ਮੰਨੋਗੇ ਫਿਰ ਜੰਗ ਕਰਾਂਗਾ ਤੁਹਾਡੇ ਨਾਲ। ਸਤਿਗੁਰੂ ਸਾਹਿਬ ਦੇ ਹਜ਼ੂਰ ਚਿੱਠੀ ਭੇਜ ਕੇ ਬਾਕੀ ਪਹਾੜੀ ਰਾਜੇ ਨੇ ਇਕੱਠੇ ਕਰ ਲਏ। ਸਾਹਿਬਾਂ ਨੂੰ ਜਦੋਂ ਪੜ੍ਹ ਕੇ ਸੁਣਾਈ, ਕਲਗੀਧਰ ਮਹਾਰਾਜ ਕਹਿੰਦੇ ਹਲੇ ਵੀ ਚਿੱਠੀਆਂ? ਅਸੀਂ ਤਾਂ ਸੋਚ ਰਹੇ ਸੀ ਵੀ ਭੀਮ ਚੰਦ ਦੀ ਫੌਜ ਆਵੇਗੀ, ਅਸੀਂ ਤਿਆਰ ਬੈਠੇ ਹਾਂ ਉਹਦਾ ਸਵਾਗਤ ਕਰਨ ਵਾਸਤੇ, ਨਾ ਹਾਥੀ ਦੇਵਾਂਗੇ ਨਾ ਆਨੰਦਪੁਰ ਛੱਡਾਂਗੇ। ਵਾਪਸ ਲਿਖ ਕੇ ਭੇਜ ਦਿੱਤਾ ਵੀ ਜੇ ਜੰਗ ਦੀ ਖਾਹਿਸ਼ ਹੈ ਪੂਰੀ ਕਰਾਂਗੇ, ਆਓ ਅਸੀਂ ਤਿਆਰ ਬੈਠੇ ਹਾਂ। ਚਿੱਠੀ ਵਾਪਸ ਆਈ। ਪਹਾੜੀ ਰਾਜੇ ਹੋਰ ਵੀ ਸੱਦੇ ਸਨ, ਕਿਰਪਾਲ ਕਟੋਚੀਆ ਅਤੇ ਹਰੀਚੰਦ ਹੰਡੂਰੀਆ ਆਦਿਕ। ਉਹਨਾਂ ਦੇ ਸਾਹਮਣੇ ਵਾਪਸ ਜਵਾਬ ਪੜ੍ਹ ਕੇ ਸੁਣਾਇਆ। ਭੀਮ ਚੰਦ ਕਹਿੰਦਾ ਵੇਖ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਡਰ ਨਹੀਂ ਕਰਦੇ ਅਤੇ ਮੈਂ ਜੰਗ ਕਰਨੀ ਹੈ, ਹੁਣ ਤੁਸੀਂ ਮਦਦ ਕਰੋ। ਕਿਰਪਾਲ ਕਟੋਚੀਆ ਕਹਿੰਦਾ ਭੀਮ ਚੰਦ ਦੀ ਵਿਆਹ ਦਾ ਕੰਮ ਹੈ, ਵੀ ਜੇ ਵਿਆਹ ਦੇ ਵਿੱਚ ਜੰਗ ਸ਼ੁਰੂ ਕਰਾਂਗੇ, ਕਈ ਤੁਹਾਡਾ ਕੋਈ ਮਰ ਆ ਗਿਆ, ਫਿਰ ਰੋਣਾ ਪਿੱਟਣਾ ਜਿਹਾ ਪਊਗਾ, ਜਾਂ ਵਿਆਹ ਅੱਗੇ ਕਰ ਦਿਓ ਜਾਂ ਫਿਰ ਜੰਗ ਅੱਗੇ ਕਰ ਦਿਓ। ਜਦੋਂ ਵਿਆਹੁਣ ਜਾਓਗੇ ਆਪਣੇ ਪੁੱਤਰ ਨੂੰ, ਉੱਥੇ ਫਤਿਹ ਸ਼ਾਹ ਦੇ ਕੋਲ ਸਾਰੇ ਰਾਜੇ ਇਕੱਠੇ ਹੋਏ ਹੋਣਗੇ, ਉੱਥੇ ਸਾਰੇ ਸਲਾਹ ਕਰਾਂਗੇ ਅਤੇ ਗੁਰੂ ਸਾਹਿਬ 'ਤੇ ਫਿਰ ਆਪਾਂ ਚੜ੍ਹਾਈ ਕਿਵੇਂ ਕਰਨੀ ਹੈ ਵਿਉਂਤ ਬਣਾਵਾਂਗੇ। ਇਹ ਕਿਰਪਾਲ ਕਟੋਚੀਏ ਨੇ ਕਿਹਾ, ਇਹਦੇ ਵਜ਼ੀਰ ਨੇ ਕਿਹਾ, ਭੀਮ ਚੰਦ ਦੀ ਰਾਣੀ ਨੇ ਵੀ ਇੱਦਾਂ ਕਿਹਾ। ਅਖੀਰ ਭੀਮ ਚੰਦ ਜਿਹੜਾ ਸੀ ਇਹ ਗੱਲ ਮੰਨ ਗਿਆ ਵੀ ਆਪਾਂ ਪਹਿਲਾਂ ਵਿਆਹ ਵੱਲ ਧਿਆਨ ਦਿੰਦੇ ਹਾਂ, ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਜੰਗ ਮੈਂ ਜ਼ਰੂਰ ਕਰਾਂਗਾ।
ਇਸ ਤਰ੍ਹਾਂ ਦਾ ਮਨ ਵਿੱਚ ਗੁਰੂ ਘਰ ਨਾਲ ਵੈਰ ਦ੍ਰਿੜ ਕਰਕੇ ਤੇ ਮਾਰੋ ਮਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ। ਇੱਧਰ ਸਤਿਗੁਰਾਂ ਵੀ ਫੌਜ ਦੀ ਭਰਤੀ ਖੋਲ੍ਹ ਦਿੱਤੀ, ਇੱਧਰ ਭੀਮ ਚੰਦ ਵੀ ਆਪਣੇ ਨਾਲ ਫੌਜ ਇਕੱਠੀ ਕਰੀ ਜਾ ਰਿਹਾ ਹੈ। ਇੱਥੋਂ ਤੱਕ ਸਾਖੀ ਕੱਲ੍ਹ ਸਰਵਣ ਕੀਤੀ ਹੈ। ਜਿਵੇਂ ਇਸ ਤੋਂ ਅੱਗੇ ਪ੍ਰਸੰਗ ਆਉਂਦੇ ਨੇ, ਮਹਾਰਾਜ ਸਾਹਿਬ ਜੀ ਹੋਰ ਫੌਜਾਂ ਘੋੜੇ ਸ਼ਸਤਰ ਵਧਾ ਰਹੇ ਨੇ, ਜੰਗ ਦੀ ਉਡੀਕ 'ਚ ਸੂਰਮੇ ਮਾਰ ਬਕਾਰ ਕਰਦੇ ਨੇ। ਮਸੰਦ ਡਰਦੇ ਜਦੋਂ ਮੌਕਾ ਮਿਲਦਾ ਮਾਤਾ ਜੀ ਕੋਲ ਜਾਂਦੇ ਨੇ। ਮਾਤਾ ਜੀ ਮਹਾਰਾਜ ਨੂੰ ਕਹਿੰਦੇ ਤੇ ਸਤਿਗੁਰੂ ਜਿਵੇਂ ਉਹਨਾਂ ਨੂੰ ਸਮਝਾਉਂਦੇ ਹਨ। ਇਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਆਓ ਕਲਗੀਧਰ ਮਹਾਰਾਜ ਦਸ਼ਮੇਸ਼ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਰੋ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਹੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲਗੀਧਰ ਧਰਨ ਆ ਇੱਧਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹਨ। ਜਦੋਂ ਉਧਰ ਭੀਮ ਚੰਦ ਵੀ ਤਿਆਰੀਆਂ ਕਰ ਰਿਹਾ ਏ, ਇੱਧਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਜੋ ਤਰਨ ਅਵਸਥਾ ਵਿੱਚ, ਜੋ ਜਵਾਨੀ ਦੀ ਉਮਰ ਦੇ ਵਿੱਚ ਹਨ। ਸੁੰਦਰ ਰੂਪ ਸੁਹਾਏ। ਮਹਾਰਾਜ ਸਾਹਿਬ ਦਾ ਰੂਪ ਰੰਗ ਸਰੂਪ ਬਹੁਤ ਹੀ ਸੁੰਦਰ ਹੈ। ਜਦੋਂ ਤਖਤ ਤੇ ਬਿਰਾਜਮਾਨ ਹੁੰਦੇ ਨੇ, ਤਿਆਰ ਬਰ ਤਿਆਰ ਹੋ ਕੇ ਬੜੇ ਹੀ ਸੋਹਣੇ ਫੱਬਦੇ ਨੇ। ਜਿਹੜਾ ਦਰਸ਼ਨ ਕਰਦਾ ਕਹਿਣ ਨੂੰ ਮਨ ਉਹਦਾ ਨਾਲ ਰਹਿੰਦਾ, ਪਰ ਅਸਲ ਦੇ ਵਿੱਚ ਉਹਦਾ ਮਨ ਗੁਰੂ ਚਰਨਾਂ 'ਚ ਹੀ ਨਿਵਾਸ ਕਰ ਜਾਂਦਾ, ਗੁਰੂ ਦੇ ਚਰਨਾਂ 'ਚ ਪਿਆਰ ਨਾਲ ਲੀਨ ਹੋ ਜਾਂਦਾ ਹੈ। ਆ ਇੱਧਰ ਜਦੋਂ ਪੰਮਾ ਪ੍ਰੋਹ ਤੇ ਕੇਸਰੀ ਚੰਦ ਅਨੰਦਪੁਰ ਸਾਹਿਬ ਆਏ ਸਨ, ਜਦੋਂ ਇਹਨਾਂ ਨੇ ਮਹਾਰਾਜ ਸਾਹਿਬ ਨੂੰ ਲਾਲਚ ਦੇਣਾ ਚਾਹਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਸਿੱਖਾਂ ਨੂੰ ਕਹਿ ਕੇ ਮਾਰ ਪਾ ਕੇ ਨਰਾਦਰੀ ਕਰਕੇ ਜਦੋਂ ਦਾ ਅਨੰਦਪੁਰ ਸਾਹਿਬ ਦੇ ਵਿੱਚੋਂ ਧੱਕੇ ਮਾਰ ਕੇ ਕਢਾ ਦਿੱਤਾ, ਕੱਢ ਦਿੱਤਾ। ਉਸ ਵੇਲੇ ਤੋਂ ਜਿਹੜਾ ਜੰਗ ਦਾ ਸਮਾਜ ਹੁੰਦਾ ਹੈ ਬਹੁਤਾ ਹੀ ਵਧਾਈ ਜਾਂਦੇ ਨੇ ਮਹਾਰਾਜ। ਪਹਿਲਾਂ ਵੀ ਤਿਆਰੀ ਪੂਰੀ ਹੈ, ਪਰ ਜਿੱਦਣ ਦਾ ਕੇਸਰੀ ਚੰਦ ਤੇ ਪੰਮੇ ਪ੍ਰੋਹਤ ਨੂੰ ਮਾਰ ਪਾਈ, ਉਦਣ ਦਾ ਪੂਰਾ ਮਹਾਰਾਜ ਜੰਗ ਦਾ ਸਮਾਜ ਵਧਾਉਣ ਵੱਲ ਲੱਗੇ ਵੀ ਹੁਣ ਬਹਾਨਾ ਬਣਿਆ, ਜੰਗ ਦੇ ਬਹਾਨੇ ਸ਼ਸਤਰ ਬਸਤਰ ਘੋੜੇ ਸੂਰਮੇ ਵਧਾ ਲਈਏ। ਸਭ ਤਰ੍ਹਾਂ ਦੀ ਤਿਆਰੀ ਮਹਾਰਾਜ ਜੰਗ ਵਾਲੀ ਕਰ ਰਹੇ ਨੇ, ਸ਼ਸਤਰ ਖਰੀਦ ਰਹੇ ਹਨ, ਚੰਗੇ ਚੰਗੇ ਘੋੜੇ ਖਰੀਦ ਰਹੇ ਹਨ। ਕਹਿ ਕਹਿ ਕੇ ਮਹਾਰਾਜ ਚੰਗਾ ਘੋੜਾ ਜਿੱਥੇ ਸੁਣਦੇ ਉੱਥੋਂ ਘੋੜਾ ਮੰਗਾ ਲੈਂਦੇ ਨੇ, ਤੇ ਜਿਹੜੇ ਕਾਰੀਗਰ ਨੇ ਉਹਨਾਂ ਨੂੰ ਕਹਿ ਕੇ ਸੋਹਣੇ ਸ਼ਸਤਰ ਕਢਾਉਂਦੇ ਬਣਵਾਉਂਦੇ ਹਨ। ਤੇ ਜਿਹੜੇ ਬਖਸ਼ਤ ਹੈ ਗਨ ਸੁਭਟ ਕੋ, ਜਿਹੜੇ ਬਹੁਤੇ ਸੂਰਮੇ ਮਹਾਰਾਜ ਦੇ ਦਲ ਦੇ ਵਿੱਚ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਚੰਗੇ ਸ਼ਸਤਰ ਤੇ ਘੋੜੇ ਬਖਸ਼ਦੇ ਹਨ। ਤੇ ਨਾਲ ਹੀ ਮਹਾਰਾਜ ਪੂਰਾ ਉਤਸ਼ਾਹ ਦਿੰਦੇ ਨੇ ਵੀ ਤਗੜੇ ਹੋ ਜਾਓ, ਕਾਇਮ ਹੋ ਜਾਓ। ਹੁਣ ਤੁਹਾਡੀ ਜਵਾਨੀ ਦੀ ਜੋਸ਼ ਦੀ ਸ਼ਸਤਰ ਵਿਦਿਆ ਦੀ ਪਰਖ ਹੋਵੇਗੀ ਵੀ ਘੋੜੇ ਨੂੰ ਵੀ ਕਾਇਮ ਰੱਖੋ, ਆਪਣੇ ਨੂੰ ਆਪ ਵੀ ਕਾਇਮ ਰਹੋ। ਐਵੇਂ ਉਤਸ਼ਾਹ ਵਧਾਉਂਦੇ ਹਨ ਸੂਰਬੀਰਾਂ ਦੇ ਅੰਦਰ ਸਾਹਿਬ। ਤੇ ਸੂਰਮੇ ਵੀ ਅਭਿਆਸ ਕਰਦੇ ਆ, ਇੱਕੇ ਵਾਰ ਕਹਿੰਦੇ ਵੀ ਵੇਖਣ ਵਾਸਤੇ ਵੀ ਗੋਲੀਆਂ ਚੱਲਦੀਆਂ ਨੇ ਤਾਂ ਬੰਦੂਕਾਂ ਦੇ ਵਿੱਚੋਂ ਇੱਕੇ ਵਾਰ ਗੋਲੀਆਂ ਛੱਡਦੇ ਹਨ। ਜਦੋਂ ਇਕੱਠੀਆਂ ਗੋਲੀਆਂ ਚੱਲਦੀਆਂ ਨੇ, ਬਰੂਦ ਚੱਲਦਾ ਤੇ ਬੜਾ ਭਾਰੀ ਸ਼ਬਦ, ਬੜਾ ਭਾਰੀ ਆਵਾਜ਼ਾਂ ਉੱਠਦਾ, ਪਹਾੜ ਗੂੰਜਦੇ ਹਨ। ਤੇ ਹਰ ਸਮੇਂ ਗੁਰੂ ਸਾਹਿਬ ਦੇ ਗੁਰੂ ਕੇ ਸੂਰਮੇ ਭੀਮ ਚੰਦ ਸ਼ਤਰੂ ਵੈਰੀ ਦੀ ਉਡੀਕ ਕਰਦੇ ਨੇ। ਇਸ ਉਡੀਕ ਵਿੱਚ ਬੈਠੇ ਨੇ ਵੀ ਉਹ ਫੌਜ ਲੈ ਕੇ ਆਨੰਦਪੁਰ ਆਵੇਗਾ। ਤੇ ਕਹਿੰਦੇ ਜਿਵੇਂ ਕਿਸੇ ਦੇ ਘਰੇ ਪ੍ਰਾਹੁਣੇ ਆਉਣੇ ਹੋਣ ਨਾ, ਤੇ ਪ੍ਰਾਹੁਣਿਆਂ ਦੀ ਉਡੀਕ ਕਰੀਦੀ ਹੈ
ਇਵੇਂ ਗੁਰੂ ਮਹਾਰਾਜ ਦੇ ਗੁਰੂ ਕੇ ਸੂਰਮੇ ਦੁਸ਼ਮਣਾਂ ਦੀ ਵੈਰੀਆਂ ਦੀ ਉਡੀਕ ਕਰਦੇ ਨੇ ਵੀ ਆਨੰਦਪੁਰ ਆਉਣਗੇ। ਇਤ ਜਿਆਫਤ ਤਿਆਰੀ ਕਰਤ ਤੇ ਜਦੋਂ ਪ੍ਰਾਹੁਣੇ ਆਉਣੇ ਹੋਣ ਤੇ ਉਹਨਾਂ ਦੀ ਕਹਿੰਦੇ ਜ਼ਿਆਫਤ ਕਰਨ ਵਾਸਤੇ, ਉਹਨਾਂ ਦੇ ਲਈ ਪ੍ਰਾਹੁਣਚਾਰੀ ਕਰਨ ਦੇ ਲਈ, ਛਕਣ ਛਕਾਉਣ ਦਾ ਪ੍ਰਬੰਧ ਜਿਵੇਂ ਕਰੀਦਾ ਨਾ, ਇੱਦਾਂ ਹੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ ਪ੍ਰਾਹੁਣਚਾਰੀ ਦਾ ਪੂਰਾ ਪ੍ਰਬੰਧ ਕਰਕੇ ਆਨੰਦਪੁਰ ਸਾਹਿਬ ਰੱਖਿਆ ਹੈ। ਜੋ ਚਾਹੇ ਮੰਗਾਵੇ ਤੇ ਜੋ ਵੀ ਲੋੜੀ ਦੀਆਂ ਵਸਤੂਆਂ ਨੇ ਨਾ, ਵੀ ਪ੍ਰਾਹੁਣੇ ਜੋ ਆਉਣੇ ਸੰਬੰਧੀ ਆਉਣੇ ਆ, ਵੀ ਕਿਤੇ ਗਿਲਾ ਸ਼ਿਕਵਾ ਨਾ ਰਵੇ ਵੀ ਸਾਡਾ ਸਵਾਗਤ ਚੰਗਾ ਨਹੀਂ ਹੋਇਆ। ਜਿਹੜੀਆਂ ਵੀ ਵਸਤੂਆਂ ਚਾਹੀਦੀਆਂ ਹੁੰਦੀਆਂ ਨੇ ਉਹ ਵੈਰੀ ਦਲ ਦੀ ਪ੍ਰਾਹੁਣਚਾਰੀ ਕਰਨ ਵਾਸਤੇ, ਉਹਨਾਂ ਦੀ ਜੀ ਆਇਆਂ ਕਹਿਣ ਨੂੰ ਸਾਰਾ ਕੁਝ ਹੀ ਮਹਾਰਾਜ ਮੁਕਵਾਉਂਦੇ ਹਨ। ਤੇ ਜਿਹੜੇ ਤਾਂ ਤਿੱਖੇ ਮੋਟੇ ਮੋਟੇ ਤਗੜੇ ਚੌੜੇ ਤੇ ਤਿੱਖੇ ਤੇਗੇ ਹਨ, ਇਹਦਾ ਮੰਨੋ ਵੀ ਘੇਵਰ ਘਿਓ ਵਾਲੀਆਂ ਮਠਿਆਈਆਂ ਤਿਆਰ ਕੀਤੀਆਂ ਛਕਾਉਣ ਵਾਸਤੇ। ਵੀ ਜਿਹੜੇ ਸੂਰਮਿਆਂ ਦੇ ਮਿਆਨਿਆਂ ਦੇ ਵਿੱਚ ਚੌੜੇ ਚੌੜੇ ਵੱਡੇ ਤਗੜੇ ਤਿੱਖੇ ਤੇਗੇ ਹਨ, ਇਹ ਤਾਂ ਦੇਸੀ ਘਿਓ ਦੀਆਂ ਮਠਿਆਈਆਂ ਹਨ। ਅਤੇ ਜੋ ਰਕੇਬੀ ਕੀ ਆ, ਥਾਲ, ਜਿਵੇਂ ਥਾਲ ਹੁੰਦੇ ਨੇ ਨਾ, ਇਵੇਂ ਸੂਰਮਿਆਂ ਦੇ ਲਈ ਜਿਹੜੇ ਮਹਾਰਾਜ ਸਾਹਿਬ ਜੀ ਢਾਲੇ ਬਣਾ ਰਹੇ ਨੇ, ਇਹਦੇ ਮਾਨੋ ਵੀ ਮਠਿਆਈਆਂ ਪਰੋਸਣ ਦੇ ਵਾਸਤੇ ਥਾਲ ਬਣਾ ਕੇ ਰੱਖੇ ਹੋਏ ਹਨ। ਤੇ ਜਿਵੇਂ ਸ਼ੱਕਰਪਾਰੇ ਹੁੰਦੇ ਨੇ, ਇਸੇ ਤਰ੍ਹਾਂ ਕਹਿੰਦੇ ਵੀ ਉਹਨਾਂ ਨੂੰ ਖਵਾਉਣ ਦੇ ਲਈ, ਸਵਾਗਤ ਲਈ ਜੋ ਗੋਲੀਆਂ ਬਣਾ ਕੇ ਘੜ ਕੇ ਰੱਖੀਆਂ, ਜੋ ਗੋਲੀਆਂ ਭਰ ਕੇ ਬੰਦੂਕਾਂ ਦੇ ਵਿੱਚ ਰੱਖੀਆਂ ਨੇ, ਇਹ ਮੰਨੋ ਵੀ ਸ਼ੱਕਰਪਾਰੇ ਤਿਆਰ ਕੀਤੇ ਹਨ। ਤੇ ਕਹਿੰਦੇ ਵੀ ਜਿਹੜੇ ਬਹੁਤੇ ਹੀ ਦੁਸ਼ਮਣ ਪ੍ਰਾਹੁਣੇ ਆਉਣਗੇ, ਉਹਨਾਂ ਨੂੰ ਇਹ ਗੋਲੀਆਂ ਰੂਪੀ ਸ਼ੱਕਰਪਾਰੇ ਛਕਣ ਵਾਸਤੇ ਦਿੱਤੇ ਜਾਣਗੇ। ਤੇ ਜਿਵੇਂ ਕੋਈ ਪਰੋਸਣ ਵਾਸਤੇ ਕੜਛੀ ਹੁੰਦੀ ਹੈ ਨਾ, ਮਠਿਆਈ ਪਰੋਸਣ ਦੇ ਲਈ, ਇਸੇ ਤਰ੍ਹਾਂ ਕਹਿੰਦੇ ਜਿਹੜੀਆਂ ਬਹੁਤ ਬੰਦੂਕਾਂ ਸੂਰਮਿਆਂ ਨੇ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤੀਆਂ ਨੇ, ਇਹ ਗੋਲੀਆਂ ਰੂਪੀ ਸ਼ੱਕਰਪਾਰੇ ਪਰੋਸਣ ਦੇ ਵਾਸਤੇ ਮਾਨੋ ਕੜਛੀਆਂ ਹਨ। ਜਿਵੇਂ ਕੜਛੀ 'ਚ ਪਾ ਕੇ ਸ਼ੱਕਰਪਾਰੇ ਅੱਗੇ ਰੱਖੀ ਦੇ, ਕਹਿੰਦੇ ਇੱਦਾਂ ਹੀ ਬੰਦੂਕ ਦੇ ਵਿੱਚ ਦੀ ਗੋਲੀ ਜੋ ਵੈਰੀ ਦੇ ਸੀਨੇ 'ਚ ਮਾਰਨੀ ਹੈ, ਸ਼ੱਕਰਪਾਰੇ ਪਰੋਸਣੇ ਹਨ। ਤੇ ਜਿਹੜਾ ਵੀ ਆਵੇਗਾ ਪਰੋਸੈ ਤਤਕਾਲਾ, ਕਹਿੰਦੇ ਝਾਟੀ ਪਰੋਸ ਦੇਣਗੇ, ਝਾਟੀ ਉਹਨੂੰ ਛਕਣ ਛਕਾਉਣ ਦੇ ਲਈ ਇਹ ਗੋਲੀਆਂ ਸ਼ੱਕਰਪਾਰੇ ਦੇ ਦੇਣਗੇ। ਸੂਰਮੇ ਇੰਨੇ ਕਾਹਲੇ ਤਿਆਰ ਬੈਠੇ ਹਨ। ਤੇ ਫਿਰ ਵਰਤਾਉਣ ਵਾਲਾ ਰਸੋਈਆ ਹੁੰਦਾ। ਇੱਥੇ ਰਸੋਈਏ ਕਿਹੜੇ ਨੇ, ਲਾਂਗਰੀ ਕਿਹੜੇ ਨੇ? ਕਹਿੰਦੇ ਜਿਹੜੇ ਮਹਾਰਾਜ ਦੇ ਸੂਰਮੇ ਯੋਧੇ ਨੇ, ਬਹੁਤ ਹੀ ਚੰਗੇ ਰਸੋਈਏ ਨੇ, ਕਿਸੇ ਨਾਲ ਕਾਣੀ ਵੰਡ ਨਹੀਂ ਕਰਨਗੇ, ਜਿਹੜਾ ਆਊਗਾ ਬਰਾਬਰ ਦਾ ਵਰਤਾਵਾ ਦੇਣਗੇ। ਫਿਰ ਕਹਿੰਦੇ ਵੀ ਜਿਹੜਾ ਚੰਗਾ ਰਸੋਈਆ ਹੁੰਦਾ ਨਾ, ਉਹ ਝਾਕਣ ਨਹੀਂ ਦਿੰਦਾ ਰਸੋਈ ਵੱਲ, ਬਸ ਅੱਗੇ ਚੀਜ਼ਾਂ ਵਸਤੂਆਂ ਲੈ ਕੇ ਚੜ੍ਹਿਆ ਹੀ ਰਹਿੰਦਾ ਵੀ ਆਹ ਖਾ ਲਓ, ਆਹ ਛਕ ਲਓ। ਕਹਿੰਦੇ ਵੀ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚੰਗੇ ਚਤਰ ਸਿਆਣੇ ਸੂਰਮੇ ਰਸੋਈਏ ਹਨ, ਬੜੀ ਛੇਤੀ ਧਾਰ ਕੇ ਪਰੋਸ ਦੇਣਗੇ ਮਠਿਆਈਆਂ ਵੈਰੀਆਂ ਨੂੰ। ਅਤੇ ਫਿਰ ਜਲੇਬ ਕਿਹੜੇ ਹਨ? ਬਨੇ ਜਲੇਬ ਸ਼ਤਾਬਗਨ, ਬਹੁਤ ਛੇਤੀ ਦੇ ਨਾਲ ਕਹਿੰਦੇ ਵੀ ਜਲੇਬ ਵੀ ਬਣ ਰਹੇ ਨੇ, ਜਲੇਬੀਆਂ ਵੀ ਤਿਆਰ ਹੋਈ ਰਹੀਆਂ ਨੇ ਛਕਾਉਣ ਵਾਸਤੇ। ਉਹ ਜਲੇਬ ਕਿਹੜੇ ਹਨ? ਜਿਹੜੇ ਕਹਿੰਦੇ ਵੀ ਖਾਰ ਤਿੱਖੇ ਚੌੜੇ ਤੀਰ ਜਾਂ ਵੱਡੇ ਜਿਹੜੇ ਭਾਲੇ ਹਨ, ਬਰਛੇ ਹਨ, ਇਹ ਮੰਨੋ ਵੀ ਸੋਹਣੀਆਂ ਜਲੇਬੀਆਂ ਬਣ ਰਹੀਆਂ ਨੇ ਵਰਤਾਉਣ ਦੇ ਵਾਸਤੇ। ਤੇ ਪੂਰੀ ਤਿਆਰੀ ਹੈ ਇੱਧਰ ਗੁਰੂ ਮਹਾਰਾਜ ਦੇ ਸੂਰਮਿਆਂ ਦੀ, ਕੋਈ ਕਮੀ ਨਹੀਂ ਹੈ। ਜਿਹੜਾ ਵੀ ਕੋਈ ਵੈਰੀ ਚੜ੍ਹ ਕੇ ਆਊ, ਕਹਿੰਦੇ ਤ੍ਰਿਪਤ ਕਰਕੇ, ਸੰਤੁਸ਼ਟ ਕਰਕੇ ਰਜਾ ਕੇ ਭੇਜਣਗੇ ਐਸੀ ਮਠਿਆਈ ਦੇ ਨਾਲ। ਬੜੇ ਉਤਾਵਲੇ ਹਨ, ਵੇਖਦੇ ਨੇ ਮੁੜ ਕੇ ਵੀ ਕਦੋਂ ਸਾਨੂੰ ਇਹ ਪ੍ਰਾਹੁਣਚਾਰੀ ਦਾ ਮੌਕਾ ਮਿਲੇ, ਕਦੋਂ ਦੁਸ਼ਮਣ ਚੜ੍ਹ ਕੇ ਆਵੇ। 5 ਦਿਨ ਤੀਕਰ ਉਡੀਕ ਕਰਦੇ ਰਹੇ। ਜਿੱਦਣ ਪੰਮਾ ਪ੍ਰੋ ਤੇ ਕੇਸਰੀ ਚੰਦ ਨੂੰ ਮਾਰ ਕੁੱਟ ਕੇ ਆਨੰਦਪੁਰ ਸਾਹਿਬ ਤੋਂ ਕੱਢਿਆ, ਉਸ ਦਿਨ ਤੋਂ ਲੈ ਕੇ ਪੂਰੇ 5 ਦਿਨ ਤੀਕਰ ਮਹਾਰਾਜ ਸਾਹਿਬ ਉਡੀਕ ਕਰਦੇ ਰਹੇ, ਗੁਰੂ ਕੇ ਸੂਰਮੇ ਉਡੀਕ ਕਰਦੇ ਰਹੇ ਵੀ ਹੁਣ ਫੌਜ ਆਵੇਗੀ ਜਾਂ ਹੁਣ ਆਵੇਗੀ, ਪਰ ਕੋਈ ਆਇਆ ਨਹੀਂ ਹੈ। ਇਸ ਆਸ ਤਾਂ ਇਹ ਸੀ ਵੀ ਵੈਰੀ ਜਿਹੜੇ ਅਣਖੀ ਹੋਣਗੇ
ਤੇ ਜੰਗ ਕਰਨ ਵਾਸਤੇ ਆਨੰਦਪੁਰ ਸਾਹਿਬ ਆਉਣਗੇ, ਪਰ ਕੋਈ ਨਾ ਆਇਆ। 5 ਦਿਨ ਲੰਘ ਗਏ। ਸਤਿਗੁਰ ਚੜੇ ਅਖੀਰ ਕੋ। ਕਲਗੀਧਰ ਮਹਾਰਾਜ ਕਹਿੰਦੇ ਚਲੋ ਸ਼ਿਕਾਰ ਖੇਡਣ ਚੱਲਦੇ ਆ। ਫਿਰ 5 ਦਿਨ ਤਾਂ ਮੋਰਚੇਬੰਦੀ ਕਰ ਰੱਖੀ, ਜਦੋਂ ਕੋਈ ਦੁਸ਼ਮਣ ਆਇਆ ਨਹੀਂ। ਫਿਰ ਸ਼ਿਕਾਰ ਖੇਡਣ ਲਈ ਮਹਾਰਾਜ ਬਾਹਰ ਨਿਕਲ ਗਏ ਆਨੰਦਪੁਰ ਤੋਂ। ਸਭ ਸੈਨਾ ਹੋਈ। ਨਾਲ ਗੁਰੂ ਕੇ ਸ਼ਸਤਰ ਧਾਰੀ ਸੂਰਮੇ ਵੀ ਘੋੜਿਆਂ ਤੇ ਚੜ੍ਹ ਕੇ ਚੱਲ ਪਏ। ਚਲੇ ਆਨੰਦਪੁਰ ਤੇ। ਆਨੰਦਪੁਰ ਸਾਹਿਬ ਤੋਂ ਜਦੋਂ ਚੱਲੇ ਹਨ ਮਹਾਰਾਜ, ਭਜਿਆ ਰਣਜੀਤ ਨਗਾਰਾ। ਰਣਜੀਤ ਨਗਾਰਾ ਜਿਹੜਾ ਗੂੰਜਾ ਪਾਉਣ ਲੱਗ ਪਿਆ। ਦੋਹਰੀ ਚੋਬ ਨਗਾਰੇ ਤੇ ਵੱਜੀ, ਪਹਾੜ ਗੂੰਜ ਉੱਠੇ, ਕੰਬ ਉੱਠੇ ਮਾਨੋ। ਜਹਾਂ ਗਿਰਨ ਕੀ ਕੰਦਰਾ। ਜਿੱਥੇ ਪਹਾੜਾਂ ਦੀਆਂ ਕੰਦਰਾਂ ਨੇ ਨਾ, ਜੜ੍ਹਾਂ ਜੀਆਂ ਹੁੰਦੀਆਂ ਨੇ, ਜਿੱਥੇ ਪਹਾੜ ਖਤਮ ਹੁੰਦੇ ਜਾਂ ਤਾਂ ਨੂੰ ਸ਼ੁਰੂ ਹੁੰਦੇ ਹਨ, ਸਭ ਧੂਣ ਉਦਾਰਾ। ਤੇ ਸਮ ਇੱਕੋ ਜਿਹਾ ਜਿਹੜਾ ਦੂਨ ਹੁੰਦਾ ਹੈ। ਦੂਨ ਪੱਧਰਾ ਜਿਹਾ, ਪਹਾੜਾਂ ਦੇ ਵਿੱਚ ਜਿਹੜਾ ਪੱਧਰਾ ਜਿਹਾ ਇਲਾਕਾ ਹੋਵੇ ਉਹਨੂੰ ਦੂਨ ਕਹਿੰਦੇ ਨੇ। ਤੇ ਕਹਿੰਦੇ ਵੀ ਜਿੱਥੋਂ ਕੋਈ ਪਹਾੜ ਸ਼ੁਰੂ ਹੁੰਦੇ ਹਨ, ਜਿੱਥੇ ਕੋਈ ਪਹਾੜਾਂ ਦੇ ਵਿੱਚ ਜੇ ਪੱਧਰਾ ਇਲਾਕਾ ਹੈ, ਕੋ ਗਮਨੇ ਪੰਥ। ਉਸ ਪਾਸੇ ਨੂੰ ਮਹਾਰਾਜ ਸਾਹਿਬ ਜੀ ਰਸਤੇ ਵਿੱਚ ਜਾ ਰਹੇ ਨੇ। ਅਜ ਗਗਨ ਚੜਾਈ। ਆ ਗਗਨ ਚੜਾਈ, ਕਹਿੰਦੇ ਵੀ ਧੂੜ ਆਕਾਸ਼ ਦੇ ਵਿੱਚ ਚੜ ਗਈ ਹੈ। ਜਦੋਂ ਘੋੜਿਆਂ ਦੇ, ਹਾਥੀਆਂ ਦੇ ਪੈਰ ਵੱਜਦੇ ਹਨ, ਉਹਨਾਂ ਘੱਟਾ ਮਿੱਟੀ ਇੰਨਾ ਗੁੱਡਿਆ ਹੈ ਵੀ ਗੁਰੂ ਦਾ ਜਿੱਥੋਂ ਦੀ ਦਲ ਲੰਘਦਾ ਜਾ ਰਿਹਾ, ਉੱਥੇ ਧੂੜ ਘੱਟਾ ਮਿੱਟੀ ਆਕਾਸ਼ ਨੂੰ ਚੜ ਗਿਆ, ਆਕਾਸ਼ ਨੂੰ ਢੱਕ ਲਿਆ ਮਾਨੋ। ਉੱਠੇ ਨਾਦ ਗਨ ਸੁਭਗ ਕੇ। ਤੇ ਸੂਰਮੇ ਜਾਂਦੇ ਹੋਏ ਗੋਲੀਆਂ ਚਲਾਉਂਦੇ ਜਾਂਦੇ ਨੇ, ਜਿਵੇਂ ਕਹਿੰਦੇ ਨਾ ਵੀ ਹਵਾਈ ਫਾਇਰਿੰਗ ਕਰਦੇ ਜਾਂਦੇ ਹਨ। ਤੇ ਜਦੋਂ ਗੋਲੀ ਚੱਲਦੀ ਹੈ, ਬੜਾ ਭਾਰੀ ਆਵਾਜ਼ਾਂ, ਬੜਾ ਭਾਰੀ ਸ਼ਬਦ ਸੁਣਦਾ ਹੈ। ਮਚੀ ਤਰਾਈ। ਤੇ ਹਾਲਾਂ ਕਹਿੰਦੇ ਵੀ ਸੂਰਮਿਆਂ ਦੇ ਮਨ ਦੇ ਵਿੱਚ ਬੜਾ ਗੁੱਸਾ, ਬੜੀਆਂ ਕਚੀਚੀਆਂ ਨੇ। ਕਹਿੰਦੇ ਵੀ ਵੈਰੀ ਆਇਆ ਕਿਉਂ ਨਹੀਂ ਆ, 5 ਦਿਨ ਹੋ ਗਏ ਆ। ਤੇ ਆਪਣਾ ਅੰਦਰੋਂ ਰੋਸ ਕੱਢਣ ਵਾਸਤੇ ਗੋਲੀਆਂ ਸ਼ਸਤਰ ਚਲਾਉਂਦੇ ਹਨ। ਮਾਨੋ ਵੀ ਜਿਵੇਂ ਕਿਤੇ ਜੰਗ ਮਚਿਆ ਹੋਵੇ, ਜਿਵੇਂ ਭਾਰੀ ਲੜਾਈ ਮਚੀ ਹੋਵੇ। ਕੀਤੇ ਕੂਕਰ ਬਾਜਦੇ। ਆ ਤੇ ਚੀਤੇ ਜਿਹੜੇ ਸ਼ਿਕਾਰ ਖੇਡਣ ਵਾਸਤੇ, ਚੀਤੇ ਸ਼ਿਕਾਰੀ ਕੁੱਤੇ ਤੇ ਬਾਜ ਆਦਿਕ ਲੈ ਕੇ, ਮਹਿਰੀ ਸੀ ਚਾਨੇ। ਤੇ ਸਿੰਚਾਨੇ ਬਹਿਰੀ ਆਦਿਕ ਬਾਜਾਂ ਦੀਆਂ ਕਿਸਮਾਂ, ਇਹਨਾਂ ਪੰਛੀਆਂ ਨੂੰ ਲੈ ਕਰਕੇ ਆਨੰਦ ਮੈਂ ਵਿਚਰਤ ਪ੍ਰਭੂ। ਪ੍ਰਭੂ ਗੁਰੂ ਕਲਗੀਧਰ ਮਹਾਰਾਜ ਜੰਗਲਾਂ 'ਚ ਸ਼ਿਕਾਰ ਖੇਡਣ ਦੇ ਲਈ ਵਿਚਰ ਰਹੇ ਹਨ। ਇੱਕ ਗੀਤ ਕਹਾਣੀ। ਆ ਕਿੰਨੇ ਹੀ ਹਿਰਨਾਂ ਨੂੰ ਮਾਰ ਕੇ ਉਹਨਾਂ ਦੀ ਕਲਿਆਣ ਕਰ ਦਿੱਤੀ। ਬਾਜੀ ਜੋਧੇ ਚੜੇ। ਆ ਕੋਈ ਘੋੜੇ ਦੇ ਸੂਰਮਾ ਚੜਿਆ ਹੈ, ਕੋਈ ਹਾਥੀ ਦੇ ਉੱਤੇ ਸਵਾਰ ਹੋਇਆ ਹੈ। ਕਰੇ ਅਖੀਰੇ। ਵੇਖ ਕਰਹਿ ਆਖੇਰੇ, ਵੇਖ ਵੇਖ ਕਰਕੇ ਜਿੱਧਰ ਦਾ ਲੱਗਦਾ ਉਧਰ ਸ਼ਿਕਾਰ ਖੇਡਦੇ ਹਨ। ਮਨ ਭਾਵਤ ਫਿਰ ਬਿਪਨ। ਮਨ ਭਾਉਂਦਾ, ਜਿੰਨਾ ਚਿਰ ਮਹਾਰਾਜ ਦੀ ਖੁਸ਼ੀ ਹੋਈ, ਆਪਣੀ ਖੁਸ਼ੀ ਨਾਲ, ਆਪਣੀ ਮਰਜ਼ੀ ਨਾਲ ਜੰਗਲਾਂ ਵਿੱਚ ਵਿਚਰ ਕੇ ਸ਼ਿਕਾਰ ਖੇਡ ਕੇ ਕੀ ਵੇਖਦੇ ਹਨ ਮਹਾਰਾਜ ਤੇ ਗੁਰੂ ਕੇ ਸੂਰਮੇ ਵੀ ਇੰਨੀ ਦੂਰ ਤੀਕਰ ਆ ਗਏ ਆ ਵੀ ਜਿਹੜੇ ਪਹਾੜੀਏ ਨੇ ਇਹ ਫੌਜਾਂ ਲੈ ਕੇ ਕਿਤੇ ਨੇੜੇ ਤੇੜੇ ਵੀ ਪਹੁੰਚੇ ਨਹੀਂ ਹਾਲਾਂ ਤੀਕਰ। ਫਿਰ ਆਨੰਦਪੁਰ ਸਾਹਿਬ ਨੂੰ ਵਾਪਸ ਆ ਗਏ ਮਹਾਰਾਜ ਜੀ ਸ਼ਿਕਾਰ ਖੇਡ ਕੇ। ਰਣਜੀਤ ਨਗਾਰੇ ਦੇ ਉੱਤੇ ਚੋਬਾਂ ਮਾਰਦਿਆਂ ਹੋਇਆਂ, ਧੌਂਸੇ ਧੁੰਕਾਰਦਿਆਂ ਹੋਇਆਂ ਵਾਪਸ ਪਹੁੰਚੇ। ਤੇ ਜਦੋਂ ਮਹਾਰਾਜ ਨਗਾਰੇ ਵਜਾਉਂਦੇ ਆਉਂਦੇ ਨੇ ਤੇ ਕਈ ਜਿਹੜੇ ਪਹਾੜੀਏ ਹਨ ਉਹ ਅੱਗੋਂ ਆ ਕੇ ਗੁਰੂ ਕਲਗੀਧਰ ਸਾਹਿਬ ਨੂੰ ਮਿਲਦੇ ਹਨ। ਮਹਾਰਾਜ ਸਾਹਿਬ ਜੀ ਦੇ ਅੱਗੇ ਆ ਕੇ ਭੇਟਾਵਾਂ ਦਿੰਦੇ ਨੇ। ਕੋਈ ਕੋਈ ਪਹਾੜੀਆ ਜਿਹੜਾ ਹੈ ਉਹ ਮਹਾਰਾਜ ਨੂੰ ਨਮਸਕਾਰ ਕਰਦਾ, ਤੇ ਜਿਹੜਾ ਤੇ ਗੁਰੂ ਕਲਗੀਧਰ ਮਹਾਰਾਜ ਦੇ ਅੱਗੇ ਆ ਕੇ ਗੁਰਾਂ ਨੂੰ ਸਨਮੁਖ ਹੋ ਕੇ ਮਿਲਦਾ, ਕਹਿੰਦੇ ਉਹਦਾ ਸੂਰਮੇ ਨਹੀਂ ਕੋਈ ਨੁਕਸਾਨ ਹੋਣ ਦਿੰਦੇ। ਜਿਹੜਾ ਸਿੱਧਾ ਸਨਮੁਖ ਹੋ ਕੇ ਗੁਰੂ ਸਾਹਿਬ ਨੂੰ ਜਾ ਕੇ ਮਿਲਦਾ ਹੈ ਉਹਦਾ ਸੂਰਮੇ ਕੋਈ ਵਿਗਾੜ ਨਹੀਂ ਕਰਦੇ। ਪਰ ਉਹਦੀ ਖੇਤੀ, ਉਹਦਾ ਕਹਿੰਦੇ ਵੀ ਬਹੁਤਾ ਵਿਗਾੜ ਹੋ ਜਾਂਦਾ ਹੈ। ਆ ਜਿਹੜਾ ਪਾਸ ਨਹੀਂ ਆਉਂਦਾ, ਭਾਵੇਂ ਹੈ ਵੀ ਮਹਾਰਾਜ ਸਾਹਿਬ ਘੋੜਿਆਂ ਦੇ ਲਈ, ਹਾਥੀਆਂ ਦੇ ਲਈ ਨਗਰਾਂ ਪਿੰਡਾਂ ਤੋਂ ਜਿਹੜੇ ਨੇੜੇ ਨੇੜੇ ਸਨ ਆਨੰਦਪੁਰ ਦੇ, ਉੱਥੇ ਰਹਿਣ ਵਾਲੇ ਪਹਾੜੀਆਂ ਕੋ ਘਾਹ ਪੱਠਾ ਜਾਂ ਹੋਰ ਅੰਨ ਅਨਾਜ ਖਰੀਦਦੇ ਸਨ। ਕਈ ਤਾਂ ਦੇ ਦਿੰਦੇ ਸੀ ਵੀ ਅਸੀਂ ਤਾਂ ਮੁੱਲ ਪੈਸੇ ਲੈਣੇ ਆ ਤੇ ਵਸਤੂ ਵੇਚਣੀ ਹੋਈ ਆ, ਤੇ ਕਈ ਆਕੜ ਜਾਂਦੇ ਸਨ
ਉਹ ਕਹਿ ਦਿੰਦੇ ਸੀ ਵੀ ਅਸੀਂ ਗੁਰੂ ਦੇ ਘੋੜਿਆਂ ਜਾਂ ਹਾਥੀਆਂ ਨੂੰ ਘਾਹ ਵੀ ਨਹੀਂ ਦੇਵਾਂਗੇ, ਅਸੀਂ ਨਹੀਂ ਦੇਵਾਂਗੇ ਕੋਈ ਅਨਾਜ ਅਰਸਤ। ਫਿਰ ਸੂਰਮੇ ਉਹਨਾਂ ਦਾ ਵਿਗਾੜ ਕਰਕੇ ਉਹਨਾਂ ਨੂੰ ਸੋਧਾ ਲਾ ਦਿੰਦੇ ਜਿਹੜੇ ਆਕੜ ਦੇ ਅੱਗੋਂ। ਸੰਧਿਆ ਦਾ ਸਮਾਂ ਜਾਣ ਕੇ ਵਾਪਸ ਆਨੰਦਪੁਰ ਆਪਣੇ ਘਰੇ ਪਹੁੰਚ ਗਏ ਮਹਾਰਾਜ। ਹਾਂ, ਮਹਾਰਾਜ ਨੇ ਉਤਾਰਾ ਕੀਤਾ ਹੈ ਤੇ ਸੁਖ ਪਾਇਆ ਆਪਣੇ ਆਸਣ ਦੇ ਉੱਤੇ। ਤੇ ਜਿੰਨੇ ਵੀ ਸੂਰਮੇ ਗਏ ਸਨ ਮਹਾਰਾਜ ਦੇ ਨਾਲ, ਉਹ ਵੀ ਉਤਰ ਕੇ ਆਪੋ ਆਪਣੀਆਂ ਮਿਸਲਾਂ ਦੇ ਵਿੱਚ, ਭਾਵ ਜਿੱਥੇ ਜਿੱਥੇ ਉਹਨਾਂ ਦਾ ਕੋਈ ਜਥਾ, ਜਿੱਥੇ ਜਿੱਥੇ ਟਿਕਾਣਾ, ਜਿੱਥੇ ਜਿੱਥੇ ਪਲਟਣ ਬਣੀ ਹੈ, ਆਪੋ ਆਪਣੀਆਂ ਪਲਟਣਾਂ ਵਿੱਚ, ਆਪੋ ਆਪਣੀਆਂ ਮਿਸਲਾਂ ਦੇ ਵਿੱਚ, ਆਪੋ ਆਪਣੇ ਟਿਕਾਣਿਆਂ ਦੇ ਟਿਕ ਕੇ ਬੜੇ ਖੁਸ਼ ਹੋਏ ਨੇ ਵੀ ਸ਼ਿਕਾਰ ਖੇਡ ਕੇ ਆਏ ਆ, ਦੁਸ਼ਮਣ ਨੇੜੇ ਤੇੜੇ ਵੀ ਨਹੀਂ ਆਇਆ ਗੁਰੂ ਦੇ। ਇਸ ਤਰ੍ਹਾਂ ਜਦੋਂ ਗੁਰੂ ਕਲਗੀਧਰ ਮਹਾਰਾਜ ਜੰਗੀ ਕੌਤਕ ਤੇ ਸ਼ਿਕਾਰ ਖੇਡਣ ਦੀਆਂ ਖੇਡਾਂ ਕਰਦੇ ਹਨ, ਗੁਰਸਿੱਖ ਸੂਰਮੇ ਦਾ ਖੁਸ਼ ਹੁੰਦੇ ਨੇ, ਪਰ ਜਿਹੜੇ ਬਹੁਤੇ ਵਿਹਲੀਆਂ ਖਾਣ ਵਾਲੇ, ਵੱਡੀਆਂ ਗੋਗੜਾਂ ਵਾਲੇ ਮਸੰਦ ਸਨ, ਜਿਨ੍ਹਾਂ ਨੂੰ ਗੁਰੂ ਘਰ ਦਾ ਅੰਨ ਅਨਾਜ ਜਿਹੜਾ ਹੈ ਹੱਡਾਂ 'ਚ ਰਚ ਗਿਆ ਸੀ, ਉਹ ਤਪਦੇ ਨੇ, ਉਹ ਸੜਦੇ ਬਲਦੇ ਨੇ। ਮਹਾਰਾਜ ਸਾਹਿਬ ਸ਼ਿਕਾਰ ਖੇਡਣ ਜਾਂਦੇ ਨੇ ਤਾਂ ਮਸੰਦਾਂ ਦੇ ਕੋਲੋਂ ਸਹਾਰਿਆ ਨਹੀਂ ਜਾਂਦਾ, ਅੰਦਰੋਂ ਅੰਦਰ ਸੜਦੇ ਹਨ। ਕਹਿੰਦੇ ਨੇ ਆਪਸ ਵਿੱਚ ਵੀ ਗੁਰੂ ਗੋਬਿੰਦ ਸਿੰਘ ਉਤਪਾਦ ਬਹੁਤਾ ਹੀ ਮਚਾਉਂਦੇ ਨੇ, ਝਗੜਾ ਕਰਨ ਵੱਲੋਂ, ਜੰਗ ਕਰਨ ਵੱਲੋਂ ਟਲਦੇ ਨਹੀਂ। ਕਹਿੰਦੇ ਚੰਗੇ ਭਲੇ ਸੁਖ ਸਾਂਦ ਆਨੰਦਪੁਰ ਵਿੱਚ ਵਸਦੇ ਸਾਂ, ਖਾਂਦੇ ਪੀਂਦੇ ਸਾਂ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਆਨੰਦਪੁਰ ਰਹਿੰਦੇ ਹਾਂ। ਕਹਿੰਦੇ ਬੜੇ ਸੁੱਖਾਂ ਦੇ ਨਾਲ, ਐਨ ਸ਼ਾਂਤੀ ਦੇ ਨਾਲ। ਪਹਾੜੀਆਂ ਨੂੰ ਸਾਡਾ ਇੱਥੇ ਪਤਾ ਹੀ ਨਹੀਂ ਸੀ ਵੀ ਅਸੀਂ ਰਹਿੰਦੇ ਵੀ ਹੈ, ਵੀ ਕਿੰਨੇ ਸੁੱਖ ਨਾਲ ਵਸਦੇ ਸੀ, ਚੰਗੀਆਂ ਖੁਰਾਕਾਂ, ਮਾਇਆ ਖੁੱਲੀ। ਕਹਿੰਦੇ ਦਾਸ ਸਾਡਾ ਲੱਗਦਾ ਸੀ ਇਸ ਚੋਂ। ਪਰ ਇਹ ਗੁਰੂ ਗੋਬਿੰਦ ਸਿੰਘ ਨੇ ਕਿੱਥੇ ਸਾਨੂੰ ਸ਼ਾਂਤੀ ਨਾਲ ਰਹਿਣ ਦੇਣਾ ਹੈ। ਗੁਰੂ ਸਾਹਿਬ ਨੇ ਤਾਂ ਬੜਾ ਧੁੰਦ, ਕਹਿੰਦੇ ਬੜਾ ਹੀ ਉਤਪਾਤ, ਬੜਾ ਹੀ ਝਗੜੇ ਵਾਲਾ ਕੰਮ ਜਿਹੜਾ ਹੈ ਉਹ ਪੈਦਾ ਕਰ ਦਿੱਤਾ ਏ। ਆਪਸ ਵਿੱਚ ਗੱਲਾਂ ਕਰਦੇ ਮਸੰਦ। ਕਹਿੰਦੇ ਅਸਲ ਵਿੱਚ ਗੁਰੂ ਦੀ ਉਮਰ ਨਵੀਂ ਹੈ, ਹਾਲਾਂ ਜਵਾਨੀ ਚੜ੍ਹੀ ਹੈ ਤੇ ਜਵਾਨੀ ਦਾ ਜੋਸ਼ ਹੈ। ਆਪਸ ਵਿੱਚ ਜਿਵੇਂ ਸੜਦੇ ਰਹਿੰਦੇ ਆ। ਕਦੀ ਕਦੀ ਸ੍ਰੀ ਮਾਤਾ ਗੁਜਰੀ ਜੀ ਦੇ ਕੋਲ ਵੀ ਲਾਮਾ ਜਿਹਾ ਲੈ ਕੇ ਚਲੇ ਜਾਂਦੇ ਹਨ ਤੇ ਜਾ ਕੇ ਕਹਿ ਕਹਿ ਕੇ ਮਾਤਾ ਗੁਜਰੀ ਜੀ ਨੂੰ ਸਮਝਾਉਂਦੇ ਨੇ। ਮਸੰਦ ਕਹਿੰਦੇ ਹੇ ਸ੍ਰੀ ਮਾਤਾ ਗੁਜਰੀ ਜੀ, ਤੁਸੀਂ ਆਪ ਕਿਉਂ ਨਹੀਂ ਵਿਚਾਰ ਕਰਦੇ, ਸੋਚਦੇ ਕਾਹਤੋਂ ਨਹੀਂ ਹੋ? ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਾੜੀ ਰਾਜ ਆ ਨਾ, ਬਹੁਤਾ ਹੀ ਵੱਡਾ ਵੈਰ ਵਿਰੋਧ ਵਧਾਈ ਜਾਂਦੇ ਆ, ਦੁਸ਼ਮਣੀ ਪਾਈ ਜਾਂਦੇ ਹਨ। ਆ ਤੁਹਾਡਾ ਸਾਹਿਬਜ਼ਾਦਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਨਾ, ਉਹਨਾਂ ਦੀ ਜਿਹੜੀ ਉਮਰ ਹੈ ਹਜੇ ਤਾਂ ਨਵੀਂ ਨਵੀਂ ਉਮਰ ਹੈ। ਨਵੀਂ ਉਮਰ ਕਹਿੰਦੇ ਨੇ ਜਦੋਂ ਜਵਾਨੀ ਚੜ੍ਹੀ ਹੋਵੇ, ਕਿ ਹਾਲਾਂ ਤਾਂ ਇਹਨਾਂ ਨੂੰ ਮਾਤਾ ਜੀ ਨਵੀਂ ਨਵੀਂ ਜਵਾਨੀ ਚੜ੍ਹੀ ਹੈ। ਪਤਾ ਨਹੀਂ ਕੀ ਗੱਲ ਹੈ, ਜਦੋਂ ਵੀ ਕੋਈ ਗੱਲ ਕਰਦੇ ਆ ਜੰਗ ਦੀ ਕਰਦੇ ਆ, ਜੰਗ ਤੋਂ ਬਗੈਰ ਤਾਂ ਕੋਈ ਵਾਰਤਾ ਹੀ ਨਹੀਂ ਕਰਦੇ, ਜਾਂ ਆਪ ਜੰਗਾਂ ਯੁੱਧਾਂ ਦੀਆਂ ਗੱਲਾਂ ਕਰਦੇ ਆ, ਜਾਂ ਉਹਨਾਂ ਦੇ ਲਾਗੇ ਜਿਹੜੇ ਸੂਰਮੇ ਨੇ ਉਹ ਵੀ ਜੰਗਾਂ ਯੁੱਧਾਂ ਦੀਆਂ ਗੱਲਾਂ ਕਰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੰਗਾਂ ਦੀਆਂ ਸਾਖੀਆਂ ਸੁਣਦੇ ਰਹਿੰਦੇ ਨੇ, ਹੋਰ ਕੋਈ ਪੁਰਾਣੇ ਸੂਰਮੇ ਹੋਏ ਉਹਨਾਂ ਦੇ ਜੰਗਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਨੇ। ਜੰਗ ਬਿਨਾਂ ਤਾਂ ਮਾਤਾ ਜੀ ਗੁਰੂ ਸਾਹਿਬ ਕੋਈ ਹੋਰ ਦੂਜੀ ਗੱਲ ਹੀ ਨਹੀਂ ਕਰਦੇ, ਹੋਰ ਕੋਈ ਵਾਰਤਾਲਾਪ ਹੀ ਨਹੀਂ ਕਰਦੇ, ਕਿਉਂਕਿ ਇਹਨਾਂ ਨੇ ਹਾਲਾਂ ਗਤੀ ਨਹੀਂ ਜਾਣੀ, ਹਾਲਤ ਪਤਾ ਨਹੀਂ ਹੈ ਵੀ ਜੰਗ ਜਿਹੜਾ ਜਦੋਂ ਹੋਵੇ ਤੇ ਕਿਸ ਭਾਅ ਵਿਕਦੀ ਹੈ। ਕਹਿੰਦੇ ਗੁਰੂ ਨੂੰ ਇਹ ਨਹੀਂ ਪਤਾ। ਜਿਹੜੇ ਵੱਡੇ ਵੱਡੇ ਦੁੱਖ ਹੁੰਦੇ ਨਾ ਜੰਗ ਦੇ ਵਿੱਚ, ਜਿਹੜੀਆਂ ਭਾਰੀ ਮੁਸੀਬਤਾਂ ਪੈਂਦੀਆਂ ਹਨ, ਨੈਣ ਨਿਹਾਰੇ ਮਾਤਾ ਜੀ ਅਜੇ ਗੁਰੂ ਸਾਹਿਬ ਨੇ ਅੱਖਾਂ ਨਾਲ ਉਹ ਮੁਸੀਬਤਾਂ ਵੇਖੀਆਂ ਨਹੀਂ ਨਾ, ਤਾਈਓ ਜਿਹੜੀ ਵੀ ਗੱਲ ਕਰਦੇ ਆ ਬਸ ਜੰਗ ਦੀ ਗੱਲ ਕਰਦੇ ਆ। ਜੇ ਅੱਖਾਂ ਨਾਲ ਉਹ ਦੁਸ਼ਵਾਰੀਆਂ, ਉਹ ਕਹਿੰਦੇ ਵੀ ਜੰਗਾਂ ਦੇ ਦੁੱਖ ਵੇਖੇ ਹੁੰਦੇ ਤਾਂ ਤੁਹਾਡਾ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੰਗ ਦੀ ਗੱਲ ਵੀ ਨਾ ਕਰਦੇ।
ਆ ਕਹਿੰਦੇ ਇਹ ਤੋਂ ਜਦੋਂ ਪਹਾੜੀਏ ਆ ਕੇ ਪੈ ਜਾਣਗੇ ਨਾ, ਜਦੋਂ ਜੰਗ ਗੱਲ ਪੈ ਜੂਗੀ, ਫੇਰ ਇਹਨਾਂ ਨੂੰ ਪਤਾ ਲੱਗੂ ਵੀ ਜੰਗ ਕਰਦੇ ਸੀ ਵੀ ਹੁਣ ਕਿੱਡੀ ਮੁਸ਼ਕਲ ਬਣੀ ਆ। ਹੋਏ ਨਾ ਉਪਚਾਰੇ। ਮਾਤਾ ਜੀ ਫੇਰ ਉਪਚਾਰ ਨਹੀਂ ਹੋਣਾ। ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਹਿੰਦੇ ਮਸੰਦ ਕਹਿ ਰਹੇ ਨੇ, ਆਪਣੀ ਇਹਨਾਂ ਦੀ ਅਵਸਥਾ ਹੈ, ਉਸ ਅਵਸਥਾ ਨਾਲ ਕਹਿ ਰਹੇ ਨੇ ਵੀ ਮਾਤਾ ਜੀ ਜਦੋਂ ਗੱਲ ਪੈ ਗਈ ਨਾ, ਆ ਕੇ ਮੁਸੀਬਤ, ਜਦੋਂ ਜੰਗ ਪੈ ਗਿਆ ਆ ਕੇ, ਫੇਰ ਇਹਨਾਂ ਨੂੰ ਪਤਾ ਲੱਗਣਾ ਹੈ ਵੀ ਬੜਾ ਔਖਾ ਕੰਮ ਹੈ। ਫੇਰ ਕੋਈ ਉਪਚਾਰ ਨਹੀਂ ਹੋਣਾ, ਫੇਰ ਕੋਈ ਹੀਲਾ ਵਸੀਲਾ ਨਹੀਂ ਹੋਣਾ। ਭੀਮ ਚੰਦ ਸੈਲ ਅੰਦਰ ਕੱਢ। ਕਿਉਂਕਿ ਭੀਮ ਚੰਦ ਬੜਾ ਹੀ ਵੱਡਾ ਰਾਜਾ ਹੈ। 22 ਧਾਰ ਵਿੱਚੋਂ ਸਭ ਤੋਂ ਵੱਡਾ ਰਾਜਾ ਤਾਂ ਪਹਾੜੀ ਭੀਮ ਚੰਦ ਹੀ ਹੈ। ਦਿਸ ਕੇ ਆਏ। ਹਾਂ, ਕਹਿੰਦੇ ਵੀ ਜਨ ਦਿਸ ਕੇ ਆਏ। ਵੇਖੋ ਸੈਲੰਦਰ ਵੱਡ ਮਾਤਾ ਜੀ, ਜਿਹੜਾ ਵੱਡਾ ਪਹਾੜੀ ਰਾਜਾ ਭੀਮ ਚੰਦ ਹੈ, ਆ ਤੁਹਾਨੂੰ ਅੱਗੇ ਵੀ ਦੱਸਿਆ ਵੀ ਉਹਦੇ ਜਿਹੜੇ ਜਨ ਸਨ ਦਾਸ, ਪੰਮਾ ਪੁਰੋਹਿਤ ਤੇ ਕੇਸਰੀ ਚੰਦ, ਇਹ ਗੁਰੂ ਕਲਗੀਧਰ ਮਹਾਰਾਜ ਨੂੰ ਮਿਲਣ ਵਾਸਤੇ ਆਏ। ਵੇਖੋ ਉਹਨਾਂ ਦਾ ਮਾਣ ਆਦਰ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੋਹਾਂ ਦਾ ਬੜਾ ਨਿਰਾਦਰ ਕੀਤਾ, ਧੱਕੇ ਮਾਰ ਕੇ ਆਨੰਦਪੁਰੋਂ ਕੱਢ ਦਿੱਤਾ। ਕੇਸਰੀ ਚੰਦ ਮਾਤਾ ਜੀ ਸੰਬੰਧ ਕਰਕੇ ਭੀਮ ਚੰਦ ਦਾ ਸਾਲਾ ਲੱਗਦਾ, ਪੰਮਾ ਪੁਰੋਹਿਤ ਨਾਲੇ ਵਜ਼ੀਰ ਹੈ, ਨਾਲੇ ਕੁਲ ਦਾ ਪੰਡਤ ਹੈ, ਉਹਨਾਂ ਦੀ ਨਿਰਾਦਰੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹਨਾਂ ਨੂੰ ਮਾਰ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਹੈ। ਪਰ ਹੁਣ ਮਸੰਦ ਕਹਿੰਦੇ ਮਾਤਾ ਜੀ ਸਾਨੂੰ ਪੂਰਾ ਅੰਦਾਜ਼ਾ ਹੋ ਗਿਆ, ਖਬਰਾਂ ਮਿਲ ਰਹੀਆਂ ਨੇ ਵੀ ਜਿੰਨੇ ਵੀ ਪਹਾੜੀ ਰਾਜੇ ਨੇ ਨਾ, ਸਾਰੇ ਹੁਣ ਇਕੱਠੇ ਹੋ ਜਾਣਗੇ ਗੁਰੂ ਸਾਹਿਬ ਦੇ ਵਿਰੁੱਧ, ਤੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਚੜ੍ਹ ਕੇ ਆ ਜਾਣਗੇ। ਬਹੁਤ ਵੱਡਾ ਮਾਤਾ ਜੀ ਹੁਣ ਯੁੱਧ ਹੋਵੇਗਾ, ਬੜੀ ਤਗੜੀ ਲੜਾਈ ਹੋਵੇਗੀ ਆਨੰਦਪੁਰ ਸਾਹਿਬ। ਦੱਸੋ ਹੁਣ ਤਾਂ ਕਹਿੰਦੇ ਨੇ ਜੰਗ ਦੀਆਂ ਗੱਲਾਂ ਸੁਣਾਓ, ਜੰਗ ਦੀਆਂ ਗੱਲਾਂ ਕਰਦੇ ਨੇ ਗੁਰੂ ਤੇ ਗੁਰੂ ਕੇ ਸੂਰਮੇ, ਪਰ ਜਦੋਂ ਮਾਤਾ ਜੀ ਬਹੁਤ ਹੀ ਵੱਡੀ ਫੌਜ ਚੜ੍ਹ ਕੇ ਆ ਗਈ, ਫਿਰ ਸਾਡੇ ਚੋਂ ਇਹਨਾਂ ਚੋਂ ਅੱਗੇ ਕੌਣ ਹੋਊਗਾ ਉਹਨਾਂ ਦੇ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਲ ਥੋੜਾ ਹੈ, ਇਹਨਾਂ ਦੀ ਫੌਜ ਥੋੜੀ ਹੈ। ਪਹਾੜੀਏ ਜਿਹੜੇ ਹਨ ਉਹਨਾਂ ਦੀ ਸਾਰੀ ਫੌਜ ਲੱਖਾਂ ਦੀ ਗਿਣਤੀ 'ਚ ਬਣ ਜਾਂਦੀ ਹੈ। ਫਿਰ ਮਾਤਾ ਜੀ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਸਾਹਿਬ ਦੇ ਜਿਹੜੇ ਸਿੱਖ ਨੇ, ਨੇਤੀ ਮਾਰ ਬਕਾਰਾ ਹੀ ਕਰਦੇ ਰਹਿੰਦੇ ਹਨ। ਉਹ ਮਾਰ ਬਕਾਰਾ ਕੀ ਹੁੰਦਾ ਹੈ ਵੀ ਗੁਰੂ ਸਾਹਿਬ ਤੇ ਗੁਰੂ ਕੇ ਸਿੱਖ ਕਹਿੰਦੇ ਰਹਿੰਦੇ ਨੇ ਵੀ ਅਸੀਂ ਦਿੱਲੀ ਲੁੱਟ ਲਵਾਂਗੇ, ਦਿੱਲੀ ਨੂੰ ਨਾਸ਼ ਕਰ ਦਿਆਂਗੇ। ਮਾਤਾ ਜੀ ਕਦੀ ਕਹਿੰਦੇ ਨੇ ਲਾਹੌਰ ਤੇ ਕਬਜ਼ਾ ਕਰਕੇ ਉੱਥੇ ਆਪਣਾ ਠਾਣਾ ਬਣਾ ਲਾਂਗੇ, ਉੱਥੇ ਆਪਣੀ ਚੌਂਕੀ ਬਹਾਲ ਦਾਂਗੇ। ਕਦੀ ਮਾਤਾ ਜੀ ਕਹਿੰਦੇ ਨੇ ਮਹਾਰਾਜ ਵੀ ਅਸੀਂ ਮੁਲਤਾਨ ਨੂੰ ਵੀ ਮੱਲ ਲਾਂਗੇ, ਮੁਲਤਾਨ ਤੇ ਵੀ ਜਾ ਕੇ ਕਬਜ਼ਾ ਕਰਾਂਗੇ। ਤੇ ਕਦੀ ਮਾਤਾ ਜੀ ਇਦਾਂ ਕਹਿੰਦੇ ਹਨ ਵੀ ਅਸੀਂ ਦੌਰ ਪਸ਼ੌਰ ਹੈ ਅਰੋੜ ਕਰ, ਕਹਿੰਦੇ ਰੋੜ ਕਰ ਦੇਣਾ ਹੈ, ਰੌਲਾ ਕਰ ਦੇਣਾ ਪਸ਼ੌਰ ਦੇ ਵਿੱਚ ਜਾ ਕੇ, ਤੇ ਉੱਥੇ ਕਹਿੰਦੇ ਵੀ ਜਿਵੇਂ ਰੜਾ ਮੈਦਾਨ ਹੁੰਦਾ ਐਵੇਂ ਕਰ ਦਿਆਂਗੇ, ਪਸ਼ੌਰ ਤੇ ਵੀ ਆਪਣਾ ਕਬਜ਼ਾ ਕਰ ਲਿਆਂਗੇ। ਆ ਫੇਰ ਕਹਿ ਦਿੰਦੇ ਵੀ ਸਾਰਾ ਪੰਜਾਬ ਹੀ ਮੱਲ ਲਾਂਗੇ, ਸਾਰੇ ਪੰਜਾਬ ਤੇ ਹੀ ਕਹਿੰਦੇ ਵੀ ਨਗਾਰੇ ਵਜਾ ਦਾਂਗੇ ਅਸੀਂ। ਤੇ ਮਾਤਾ ਜੀ ਇਦਾਂ ਵੀ ਕਹਿੰਦੇ ਰਹਿੰਦੇ ਐ ਵੀ ਬਹੁਤੇ ਪਹਾੜੀਆਂ ਨੂੰ ਮਾਰਾਂਗੇ, ਪਹਾੜੀਆਂ ਦੇ ਨਾਲ ਤੁਰਕਾਂ ਨੂੰ ਵੀ ਮਾਰਾਂਗੇ ਅਸੀਂ, ਤੇ ਇਹਨਾਂ ਤੁਰਕਾਂ ਪਹਾੜੀਆਂ ਦੇ ਦੇਸ਼ ਵੀ ਦੱਬ ਲਵਾਂਗੇ, ਇਹਨਾਂ ਨੂੰ ਵੀ ਮੱਲ ਲਵਾਂਗੇ। ਤੇ ਮਾਤਾ ਜੀ ਜਿੱਦਾਂ ਦੀਆਂ ਗੱਲਾਂ ਗੁਰੂ ਸਾਹਿਬ ਕਰਦੇ ਨੇ, ਕਦੀ ਕਹਿੰਦੇ ਦਿੱਲੀ ਮਾਰ ਲਾਂਗੇ, ਮੁਲਤਾਨ ਜਿੱਤ ਲਾਂਗੇ, ਪਸ਼ੌਰ ਜਿੱਤ ਲਾਂਗੇ, ਪੰਜਾਬ ਜਿੱਤ ਲਾਂਗੇ, ਪਹਾੜੀਏ ਮਾਰਾਂਗੇ, ਤੁਰਕ ਮਾਰਾਂਗੇ, ਇਦਾਂ ਤਾਂ ਸਾਰਾ ਹੀ ਜੱਗ ਸਾਡਾ ਵੈਰੀ ਬਣ ਜਾਵੇਗਾ। ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਵੀ ਗੁਰੂ ਸਾਹਿਬ ਤਾਂ ਸਾਨੂੰ ਮਾਰਨ ਦੀਆਂ, ਸਾਡਾ ਰਾਜ ਖੋਣ ਦੀਆਂ ਗੱਲਾਂ ਕਰਦੇ ਨੇ, ਮਾਰ ਬਕਾਰਾ ਕਰਦੇ ਨੇ। ਮਾਤਾ ਜੀ ਇਹ ਸੁਣ ਸੁਣ ਕੇ ਕਲਗੀਧਰ ਸਾਹਿਬ ਦੀਆਂ ਬਾਤਾਂ ਸਾਰੇ ਹੀ ਸਾਡੇ ਦੁਸ਼ਮਣ ਬਣ ਜਾਣਗੇ, ਪਹਾੜੀਏ ਵੀ ਤੁਰਕ ਵੀ ਸਾਡੇ ਨਾਲ ਵੈਰ ਵਿਰੋਧ ਕਰਨਗੇ। ਜਿਨ੍ਹਾਂ ਦਾ ਲਾਹੌਰ ਤੇ ਰਾਜ ਹੈ, ਮੁਲਤਾਨ ਤੇ ਕਬਜ਼ਾ, ਉਹ ਵੀ ਸਾਡੇ ਵੈਰੀ ਬਣਨਗੇ ਵੀ ਗੁਰੂ ਤਾਂ ਸਾਡਾ ਰਾਜ ਖੋਣ ਨੂੰ ਫਿਰਦਾ ਹੈ। ਆ ਕਹਿੰਦੇ ਫਿਰ ਜਦੋਂ ਵਸਣਾ ਆਨੰਦਪੁਰ ਸਾਹਿਬ ਦੇ ਵਿੱਚ ਮੁਸ਼ਕਲ ਹੋ ਜਾਵੇਗਾ।
ਫੇਰ ਕਿਤ ਘੱਲ ਹੈ ਨਾ ਦੱਸੋ ਮਾਤਾ ਜੀ। ਉਦੋਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਾਂ ਤੁਸੀਂ ਕਿੱਥੇ ਘਰ ਬਣਾ ਕੇ ਰਹੋਗੇ। ਇਹ ਕਾਇਰ ਮਸੰਦ ਨੇ, ਇਹਨਾਂ ਨੂੰ ਪਤਾ ਨਹੀਂ ਆ ਵੀ ਮਹਾਰਾਜ ਭਵਿੱਖ ਦੇ ਬਚਨ ਵੀ ਨਾਲ ਹੀ ਕਰ ਰਹੇ ਹਨ। ਇਹ ਜਿਹੜੇ ਲਾਹੌਰ ਪਿਸ਼ੌਰ ਤੇ ਮੁਲਤਾਨ ਤੋਂ ਡਰਦੇ ਆ, ਜਿਹੜਾ ਸਾਧ ਸੰਗਤ ਇਸ ਵੇਲੇ ਇਲਾਕਾ ਉਹ ਸਰ ਨਹੀਂ ਹੋਇਆ, ਜਿੱਤਿਆ ਨਹੀਂ ਗਿਆ। ਹਿੰਦੁਸਤਾਨ ਦੀ ਕਿੱਡੀ ਵੱਡੀ ਇਸ ਵੇਲੇ ਇਹਨਾਂ ਦੀ ਫੌਜ ਹੈ, ਪਰਮਾਣੂ ਹਥਿਆਰ ਨੇ ਇਹਨਾਂ ਦੇ ਕੋਲ, ਪਰ ਹਾਲਾਂ ਵੀ ਜਿਹੜਾ ਉਹ ਤਿੱਬਤ ਦਾ ਚੀਨ ਦੇ ਨਾਲ ਲੱਗਦਾ ਇਲਾਕਾ ਹੈ ਨਾ, ਉਹ ਪੈਰ ਨਹੀਂ ਇਹਨਾਂ ਨੂੰ ਰੱਖਣ ਦਿੰਦੇ। ਖਬਰਾਂ ਝੂਠੀਆਂ ਸੱਚੀਆਂ ਜਿਵੇਂ ਮਰਜ਼ੀ ਚਲਾਉਣ, ਪਰ ਚੀਨ ਵਾਲੇ ਇਹਨਾਂ ਨੂੰ ਇੱਕ ਉਂਗਲ ਨਹੀਂ ਲਾਉਣ ਦਿੰਦੇ। ਪਰ ਧੰਨ ਉਹ ਗੁਰੂ ਮਹਾਰਾਜ ਦੇ ਖਾਲਸੇ ਜਿਨ੍ਹਾਂ ਨੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਨੇ। ਇਹ ਇਤਿਹਾਸ ਦੀ ਗੱਲ ਹੋ ਰਹੀ। ਇੱਕ ਤਾਂ ਹੁੰਦਾ ਨਾ ਵੀ ਖਿਆਲ ਹੁੰਦੇ ਨੇ, ਤੇ ਖਿਆਲ ਜਿਹੜੇ ਨੇ ਉਹ ਹਰ ਕਿਸੇ ਨੂੰ ਆਜ਼ਾਦੀ ਹੈ ਵੀ ਆਪਣੇ ਖਿਆਲਾਂ ਦੀ ਗੱਲ ਕਰੇ। ਤੇ ਉਦੋਂ ਵੀ ਲੋਕ ਟਿਚਰਾਂ ਮਖੌਲ ਕਰਦੇ ਹੀ ਸੀ, ਮਸੰਦ ਆਦਿਕ। ਇਹਨਾਂ ਨੂੰ ਮਖੌਲ ਹੀ ਲੱਗਦਾ ਸੀ ਵੀ ਜਦੋਂ ਮਹਾਰਾਜ ਕਹਿੰਦੇ ਸੀ ਵੀ ਦਿੱਲੀ ਲੁੱਟਾਂਗੇ, ਜਦੋਂ ਗੁਰੂ ਸਾਹਿਬ ਕਹਿੰਦੇ ਸੀ ਵੀ ਮੁਲਤਾਨ ਤੇ ਝੰਡੇ ਝੁਲਾਵਾਂਗੇ, ਲਾਹੌਰ ਦੱਬਾਂਗੇ, ਤਾਂ ਜਿਹੜੇ ਕਾਇਰ ਲੋਕ ਸਨ ਉਹਨਾਂ ਨੂੰ ਟਿਚਰਾਂ ਹੀ ਲੱਗਦੀਆਂ ਸਨ। ਉਹ ਮਖੌਲ ਕਰਦੇ ਸੀ ਵੀ ਕਿਹੋ ਜਿਹੀਆਂ ਗੱਲਾਂ। ਹੁਣ ਵੀ ਜਦੋਂ ਖਾਲਸਾ ਰਾਜ ਦੀ ਗੱਲ ਹੋਵੇ ਵੀ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਜਿਹੜੇ ਕਾਇਰ ਲੋਕ ਨੇ ਉਹ ਹਜੇ ਵੀ ਮਖੌਲ ਕਰਦੇ ਆ, ਕਹਿੰਦੇ ਤੁਸੀਂ ਕਿਵੇਂ ਰਾਜ ਕਰੋਗੇ। ਸੋ ਵੇਖੋ ਪੁਰਾਣੇ ਸਮਿਆਂ ਵਿੱਚ ਇਹ ਘਟਨਾਵਾਂ ਹੋ ਚੁੱਕੀਆਂ। 18,000 ਮਰਬਾ ਮੀਲ ਦੇ ਉੱਤੇ ਕੇਸਰੀ ਨਿਸ਼ਾਨ ਝੁੱਲਿਆ ਹੈ। ਜਮਨਾ ਤੀਕਰ, ਉਧਰ ਦਰਿਆਏ ਖੈਬਰ ਤੀਕਰ, ਇੱਧਰ ਚੀਨ ਦੇ ਵਿੱਚ ਤੀਕਰ, ਕਸ਼ਮੀਰ ਤੀਕਰ। ਕਹਿੰਦੇ ਵੀ ਗੁਰੂ ਕੇ ਖਾਲਸੇ ਦੇ ਡੰਕੇ ਵੱਜਦੇ ਰਹੇ। ਤੇ ਅੰਗਰੇਜ਼ ਜਿੰਨਾ ਚਿਰ ਗੁਰੂ ਦਾ ਖਾਲਸਾ, ਗੁਰੂ ਦਾ ਸੂਰਮਾ ਮਹਾਰਾਜਾ ਸਾਹਿਬ ਜਿਉਂਦਾ ਰਿਹਾ, ਉਹ ਸਤਲੁਜ ਤੋਂ ਅੱਗੇ ਨਹੀਂ ਸੀ ਆਏ। ਸੋ ਕਹਿਣ ਤੋਂ ਭਾਵ ਹੈ ਵੀ ਰਾਜ ਦੀ ਖਾਹਸ਼ ਰੱਖਣੀ ਜਿਹੜੀ ਹੈ ਨਾ, ਜਿੱਦਣ ਇਹ ਮਰ ਗਈ ਨਾ, ਆਪਣਾ ਨਿੱਜੀ ਰਾਜ ਨਹੀਂ ਮੰਗਦੇ। ਜਿਹੜਾ ਨਿੱਜੀ ਰਾਜ ਆ ਉਹ ਤਾਂ ਹੁੰਦਾ ਹੀ ਹੈ। ਉਹ ਸਿੱਖ ਹੀ ਨੇ ਉਹ ਵੀ ਜਿਹੜੇ ਅੱਗੇ ਅੱਗੇ ਬੈਠੇ ਆ। ਨਿੱਜੀ ਰਾਜ ਨਹੀਂ, ਖਾਲਸਾ ਹੀ ਰਾਜ, ਜਿਹਨੂੰ ਬੇਗਮਪੁਰਾ ਸ਼ਹਿਰ ਕਹਿੰਦੇ ਨੇ। ਇਹੋ ਹੋਆ ਹਲੇਮੀ ਰਾਜ। ਹਲੇਮੀ ਰਾਜ ਜਿੱਥੇ ਕਿਸੇ ਨਾਲ ਵਿਤਕਰਾ ਨਾ ਹੋਵੇ, ਜਿੱਥੇ ਕਿਸੇ ਨੂੰ ਧਰਨਾ ਨਾ ਦੇਣਾ ਪਵੇ, ਉਹ ਰਾਜ ਖਾਲਸਾ ਰਾਜ। ਜਿੱਥੇ ਕਿਸੇ ਦੇ ਨਾਲ ਸਾਧ ਸੰਗਤ ਦੁਰਾਚਾਰ ਨਾ ਹੋਵੇ। ਰਿਕਾਰਡ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ, 40 ਸਾਲ ਮਹਾਰਾਜਾ ਸਾਹਿਬ ਰਾਜ ਭਾਗ ਤੇ ਬੈਠੇ ਰਹੇ, ਇੱਕ ਵੀ ਬੰਦੇ ਨੂੰ ਫਾਹੇ ਲਾ ਕੇ ਨਹੀਂ ਮਾਰਿਆ। ਜੰਗ ਵਿੱਚ ਮਰੇ ਤਾਂ ਮਰੇ, ਕਿਉਂਕਿ ਉਹਦੇ ਸੂਰਮਿਆਂ ਦਾ ਧਰਮ ਹੈ। ਜੰਗ ਕਰਦਿਆਂ ਮਰੇ ਜਿੰਨੇ ਮਰੇ, ਪਰ ਕਦੀ ਵੀ ਕਿਸੇ ਨੂੰ ਫੜ ਕੇ ਫਾਹੇ ਲਾ ਕੇ ਨਹੀਂ ਮਾਰਿਆ ਮਹਾਰਾਜਾ ਸਾਹਿਬ ਨੇ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਸਮੇਂ ਦੇ ਵਿੱਚ ਕੋਈ ਚੋਰ ਚੋਰੀ ਨਹੀਂ ਸੀ ਕਰਦਾ। ਜਿਸ ਰਾਜ ਦੇ ਵਿੱਚ ਹਿੰਦੂ ਮੁਸਲਮਾਨ ਸਿੱਖਾਂ ਨੂੰ ਇੱਕੋ ਜਿਹਾ ਹੀ ਅਧਿਕਾਰ ਸੀ। ਇਹ ਨਹੀਂ ਸੀ ਵੀ ਰਾਜ ਸਿੱਖਾਂ ਦਾ ਹੈ ਤੇ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਇਹਨਾਂ ਨੂੰ ਕੱਢ ਦਿਓ, ਬਰਾਬਰ ਦੇ ਅਧਿਕਾਰ ਸਨ। ਉਹ ਹਲੇਮੀ ਰਾਜ ਦੀ ਕਲਪਨਾ, ਉਹ ਹਲੇਮੀ ਰਾਜ ਦਾ ਸੁਪਨਾ ਗੁਰੂ ਕਲਗੀਧਰ ਨੇ ਜੋ ਸੰਜਿਆ, ਗੁਰੂ ਨਾਨਕ ਸਾਹਿਬ ਨੇ ਜੋ ਆਖਿਆ ਸੀ ਵੀ ਚੌਂਕੀ ਅਟਕ ਬਹਾਲ ਕੈ ਫਿਰ ਲੈਵੇਂ ਖੈਬਰ ਤੰਗ, ਜਲਾਲਾਬਾਦ ਕੋ ਜੀਤ ਕੈ ਫਿਰ ਕਾਬਲ ਹੋਵੇ ਜੰਗ। ਇਹ ਤਾਂ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਇਹ ਰਾਜ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਕਹੀ ਹੈ। ਸੋ ਉਹੀ ਬਚਨ ਹੁਣ 10ਵੇਂ ਪਾਤਸ਼ਾਹ ਕਰਦੇ ਸਨ ਜਦੋਂ ਆਨੰਦਪੁਰ ਨੇ। ਤੇ ਜਿਹੜੇ ਮਸੰਦ ਕਾਇਰ ਨੇ, ਡਰਪੋਕ ਨੇ, ਉਹ ਮਾਤਾ ਜੀ ਨੂੰ ਆ ਕੇ ਡਰਾਉਂਦੇ ਨੇ। ਮਾਤਾ ਜੀ ਜੇ ਇੱਦਾਂ ਦੀਆਂ ਗੱਲਾਂ ਗੁਰੂ ਸਾਹਿਬ ਕਰਦੇ ਰਹੇ ਵੀ ਅਸੀਂ ਆਪਣਾ ਰਾਜ ਲੈਣਾ, ਸਾਰਾ ਜੱਗ ਸਾਡਾ ਦੁਸ਼ਮਣ ਹੋ ਜਾਏਗਾ, ਫਿਰ ਘਰ ਬਣਾ ਕੇ ਰਹਿਣਾ ਵੀ ਔਖਾ ਹੋ ਜਾਊਗਾ। ਨਿਸ਼ਾਨ ਸਾਹਿਬ ਲਾਉਣਾ, ਨਗਾਰਾ ਵਜਾਉਣਾ, ਰਾਜ ਕਰਨਾ ਤੇ ਕਿਤੇ ਦੂਰ ਦੀ ਗੱਲ, ਕਿਸੇ ਨੇ ਘਰ ਬਣਾ ਕੇ ਵੀ ਸਾਨੂੰ ਵਸਣ ਨਹੀਂ ਦੇਣਾ। ਤੇ ਜਦੋਂ ਇਹ ਮਸੰਦ ਕਹਿੰਦੇ ਸੁਣ ਕੇ ਮਾਤਾ ਗੁਜਰੀ ਜੀ ਉੱਤਰ ਦਿੰਦੇ ਹਨ, ਕਹਿਣ ਲੱਗੇ ਮਸੰਦੋ ਤੁਹਾਨੂੰ ਪਤਾ ਹੀ ਹੈ ਮੈਂ ਬੜੀ ਵਾਰ ਕਹਿ ਕਹਿ ਕੇ ਹਾਰ ਗਈ, ਹੰਭ ਗਈ ਆ। ਗੁਰੂ ਸਾਹਿਬ ਉਹ ਨਹੀਂ ਮੰਨਦੇ ਮੇਰੀ ਗੱਲ। ਆਪਣਾ ਬਲ ਵਿਖਾਉਣ ਵੱਲੋਂ ਮਿਟਦੇ ਨਹੀਂ ਹਨ। ਕਹਿੰਦੇ ਸਾਨੂੰ ਅਕਾਲ ਪੁਰਖ ਦਾ ਹੁਕਮ ਹੀ ਜੰਗ ਕਰਨ ਦਾ ਹੈ। ਉਹ ਦਿਨਾਂ ਪ੍ਰਤ ਦਿਨ ਭਾਰੀ ਦਲ ਬਲ ਰੱਖਦੇ ਨੇ, ਫੌਜਾਂ ਦੀ ਗਿਣਤੀ ਵਧਾਉਂਦੇ ਹਨ। ਤੇ ਮਾਤਾ ਜੀ ਕਹਿੰਦੇ ਵੀ ਮੈਂ ਇਸ ਕਰਕੇ ਬਹੁਤਾ ਉਹਨਾਂ ਤੇ ਦਬਾਅ ਨਹੀਂ ਪਾਉਂਦੀ, ਦਿਲ ਵਿੱਚ ਡਰਦੀ ਆ, ਮੇਰੇ ਮਨ ਵਿੱਚ ਡਰ ਹੈ ਵੀ ਇਹ ਨਾ ਹੋਵੇ।
ਵੀ ਕਦੇ ਗੁੱਸਾ ਕਰਕੇ ਮਹਾਰਾਜ ਸਾਹਿਬ ਕੋਈ ਨਾਰਾਜ਼ਗੀ ਦਾ ਬਚਨ ਹੀ ਗੁਰੂ ਕਲਗੀਧਰ ਮਹਾਰਾਜ ਕਰ ਦੇਣ। ਮੁਕਤੇ ਨਿਕਸੇ ਤਥਾ ਕਿਉਂਕਿ ਜਿਹੜਾ ਮੁਖੋਂ ਮਹਾਰਾਜ ਸਾਹਿਬ ਜੀ ਦੇ ਬਚਨ ਨਿਕਲੇਗਾ ਜਿਸ ਤਰ੍ਹਾਂ ਦਾ ਸਗਲੇ ਜੁੜ ਜਾਣੈ ਉਹ ਸਾਰੇ ਹੀ ਜਾਣਦੇ ਨੇ ਵੀ ਉਸੇ ਵੇਲੇ ਪੂਰਨ ਹੋ ਜਾਣਾ ਹੈ। ਇਹ ਤੁਹਾਨੂੰ ਵੀ ਪਤਾ ਹੈ। ਸੁਨਤ ਮਸੰਦਨ ਤੇ ਬਹਰ ਖਬਰ ਆ ਇਸ ਤਰ੍ਹਾਂ ਸੁਣਤ ਮਸੰਦਨ ਤੇ ਬਹਰ ਕਹਿੰਦੇ ਵੀ ਮਸੰਦਾਂ ਦੇ ਕੋਲੋਂ ਜਦੋਂ ਮਾਤਾ ਜੀ ਇਦਾਂ ਸੁਣਦੇ ਹੀ ਰਹਿੰਦੇ ਨੇ, ਇਹ ਮਾਤਾ ਜੀ ਨੂੰ ਆ ਕੇ ਡਰਾਉਂਦੇ ਹੀ ਰਹਿੰਦੇ ਹਨ। ਆਪ ਸੁਤ ਟਿਕਿਆ ਹੈ ਆ ਕਦੀ ਕਦਾਈ ਮਾਤਾ ਜੀ ਮੌਕਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਬੈਠ ਵੀ ਜਾਂਦੇ ਹਨ। ਜੰਦਲ ਦਰਾਸੇ ਕੇ ਸਹਿਤ ਬੜੇ ਪਿਆਰ ਦੇ ਬੜੇ ਦਿਲਾਸੇ ਦੇ ਸਹਿਤ ਗੱਲ ਕਰਦੇ ਆ। ਉਹ ਸਮਝਾਵੇ ਆਪਣੇ ਪੁੱਤਰ ਗੁਰੂ ਕਲਗੀਧਰ ਨੂੰ ਮਾਂ ਗੁਜਰੀ ਸਮਝਾਉਂਦੀ ਹੈ ਮਸੰਦਾਂ ਦੀ ਪ੍ਰੇਰੀ ਹੋਈ। ਸੁਣੋ ਪੁੱਤਰ ਬੜ ਰਣ ਕਰੇ ਕਹਿੰਦੀ ਹੈ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਸੁਣੋ, ਵੇਖੋ ਜਿਹੜੇ ਤੁਹਾਡੇ ਦਾਦਾ ਜੀ ਉਹਨਾਂ ਨੇ ਬੜੇ ਜੰਗ ਕੀਤੇ। ਤੁਮਰੇ ਜੋ ਪਿਤਾਮਾ ਜੋ ਤੁਹਾਡੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ, ਜੰਗ ਤਾਂ ਉਹ ਵੀ ਕਰਦੇ ਰਹੇ ਹਨ। ਆਖੋ ਦੁਰਗ ਸੰਘਾਰ ਕਰ ਜੰਗ ਵਿੱਚ ਇਹ ਵੀ ਗੱਲ ਠੀਕ ਆ ਵੀ ਲੱਖਾਂ ਹੀ ਤੁਰਕਾਂ ਦਾ ਨਾਸ ਕੀਤਾ, ਮਾਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ। ਭੇਜੇ ਜਮਤਾਮਾ ਤੇ ਜਮਾ ਦੇ ਘਰ ਨਰਕਾਂ ਨੂੰ ਭੇਜੇ ਮਾਰ ਕੇ ਲੱਖਾਂ ਵੈਰੀ। ਕੀ ਕਿਰਤ ਕਸ਼ ਸਭੀ ਨਹੀਂ ਆ ਉਹਨਾਂ ਦੀ ਇਹ ਜੰਗ ਕਰਨ ਵਾਲੀ ਗੱਲ, ਜੰਗ ਦੇ ਵਿੱਚ ਤੁਰਕਾਂ ਨੂੰ ਹਰਾਉਣ ਵਾਲੀ ਗੱਲ, ਇਹ ਤਾਂ ਪੁੱਤਰ ਜੀ ਕੁਝ ਲੁਕੀ ਛਿਪੀ ਨਹੀਂ, ਇਹ ਸਾਰੇ ਹੀ ਜਾਣਦੇ ਹਨ। ਜਾਣੇ ਸਾਰਾ ਸਾਰਾ ਜੱਗ ਜਾਣਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੜੇ ਤੁਰਕ ਮਾਰੇ ਖਪਾਏ ਹਨ। ਉਹ ਲਖੋ ਇੱਕ ਸਾਹਸ ਪਰ ਫਿਰ ਵੀ ਵੇਖੋ ਪੁੱਤਰ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੈਰ ਵਿਰੋਧ ਜਿਹੜਾ ਪਿਆ ਸੀ ਨਾ, ਉਹ ਇੱਕ ਸ਼ਾਹਜਹਾਨ ਨਾਲ ਸੀ ਕੇਵਲ। ਜੰਗ ਅਖਾਰਾ ਵੀ ਜਿਹੜਾ ਕੇਵਲ ਤੇ ਕੇਵਲ ਜੰਗ ਹੁੰਦੇ ਸਨ ਮਹਾਰਾਜ ਦੇ, ਉਹ ਕੇਵਲ ਸ਼ਾਹਜਹਾਨ ਦੇ ਨਾਲ ਹੀ ਹੁੰਦੇ ਸਨ। ਆਖਣ ਸਭ ਮੇਲਾ ਰਹੇ ਆ ਬਾਕੀ ਜਿੰਨੇ ਵੀ ਰਾਜੇ ਸੀ ਨਾ ਸ਼ਾਹਜਹਾਨ ਨੂੰ ਛੱਡ ਕੇ, ਉਹ ਛੋਟੇ ਵੱਡੇ ਸਭ ਰਾਜਿਆਂ ਨਾਲ ਮਹਾਰਾਜ ਦਾ ਮੇਲ ਮਿਲਾਪ ਰਿਹਾ। ਜੇ ਜੰਗ ਹੋਇਆ ਵੀ ਆ ਗੁਰੂ ਦਾ, ਤਾਂ ਉਹ ਕੇਵਲ ਸ਼ਾਹਜਹਾਨ ਦੇ ਨਾਲ ਹੋਇਆ। ਮਾਤਾ ਜੀ ਕਹਿੰਦੇ ਹੈ ਪੁੱਤਰ ਜੀ ਤੁਹਾਡੇ ਦਾਦਾ ਜੀ ਦਾ ਬਾਕੀ ਰਾਜਿਆਂ ਨਾਲ ਤਾਂ ਮੇਲ ਮਿਲਾਪ ਹੀ ਰਿਹਾ ਹੈ। ਗੁਰ ਕੇ ਅਨੁਸਾਰੇ ਉਹ ਸਾਰੇ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਅਨੁਸਾਰ ਹੀ ਮਿਲ ਕੇ ਰਹਿੰਦੇ ਸਨ। ਚਾਹਤ ਵਿਚਰਤ ਰਹੇ ਚਿੱਤ ਜਿੱਥੇ ਵੀ ਚਾਹੁੰਦਾ ਸੀ ਨਾ ਉੱਥੇ ਹੀ ਵਿਚਰਦੇ ਸਨ, ਕਿਉਂਕਿ ਸਾਰਿਆਂ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੇਲ ਮਿਲਾਪ ਸੀ। ਇਸ ਕਰਕੇ ਇਹ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਚਾਹੁੰਦਾ ਉੱਥੇ ਚਲੇ ਜਾਂਦੇ। ਸਗਲੇ ਦਵਾਰੇ ਤੇ ਬਾਕੀ ਵੀ ਸਾਰੇ ਮਹਾਰਾਜ ਦਾ ਹਿੱਤ ਹੀ ਕਰਦੇ ਸਨ, ਗੁਰਾਂ ਦੇ ਨਾਲ ਮਿਲਾਪ ਹੀ ਰੱਖਦੇ ਸਨ। ਬਰਾਬਰ ਕੇ ਸਮੇਂ ਰਹੇ ਪਰ ਵੇਖੋ ਹੁਣ ਉਹ ਗੱਲ ਪਹਿਲੀ ਨਹੀਂ ਨਾ ਰਹਿ ਗਈ। ਹੁਣ ਤੁਹਾਡੇ ਸਮੇਂ ਦੇ ਵਿੱਚ ਰੰਗ ਬੜ ਦੁਖੀ ਦਿੱਲੀ ਤਖਤ ਦੇ ਉੱਤੇ ਔਰੰਗਜ਼ੇਬ ਬੈਠਾ, ਜਿਹੜਾ ਬੜਾ ਵੱਡਾ ਦੋਖੀ ਹੈ, ਬਹੁਤ ਹੀ ਭੈੜੀ ਅਕਲ ਵਾਲਾ ਹੈ। ਸਾਜਹਾਂ ਸੁਨ ਜਸ ਹਟਤ ਸ਼ਾਹਜਹਾਨ ਤਾਂ ਕਈ ਵਾਰਾਂ ਗੁਰੂ ਸਾਹਿਬ ਦਾ ਜਸ ਸੁਣ ਕੇ ਤੇ ਜੰਗ ਕਰਨ ਵੱਲੋਂ ਹਟ ਹੀ ਜਾਂਦਾ, ਰੁਕ ਜਾਂਦਾ ਹੁੰਦਾ ਸੀ। ਬੇਟੇ ਨ ਰੋਕੀ ਪਰ ਮਹਾਰਾਜ ਜੀਓ ਹੈ ਪੁੱਤਰ ਜੀ, ਇਹ ਜਿਹੜਾ ਔਰੰਗਜ਼ੇਬ ਹੈ ਨਾ, ਇਹ ਨਹੀਂ ਕਹਿੰਦੇ ਵੀ ਰੁਕੇਗਾ। ਇਹ ਬਹੁਤ ਹੀ ਕਹਿੰਦੇ ਵੀ ਕ੍ਰੋਧੀ ਹੈ, ਬਹੁਤ ਹੀ ਭੈੜੀ ਅਕਲ ਵਾਲਾ ਹੈ। ਬਰਾਬਰ ਕੇ ਪਿਤ ਸੰਗ ਜਿਨ ਆ ਰਾਵਰ ਕੇ ਪਿਤ ਸੰਗ ਜਿਨ, ਜਿਸ ਔਰੰਗਜ਼ੇਬ ਨੇ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸਿਰ ਲੋ ਕਰ ਧਰੋਹਾ ਵੇਖੋ ਸਿਰ ਲੈਣ ਤੀਕਰ ਵੀ ਦਰੋਹ ਕੀਤਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਟਲਿਆ ਨਹੀਂ। ਗੁਰ ਪੀਰ ਦਰਵੇਸ਼ ਗਨ ਆ ਗੁਰੂ ਤੇਗ ਬਹਾਦਰ ਸਾਹਿਬ ਹੋਏ ਜਾਂ ਹੋਰ ਕਿੰਨੇ ਹੀ ਮੁਸਲਮਾਨਾਂ ਦੇ ਪੀਰ ਜਾਂ ਦਰਵੇਸ਼ ਸਨ, ਸਭ ਸਹਿ ਰੋਹਾ ਆ ਸਾਰਿਆਂ ਦੇ ਨਾਲ ਹੀ ਕਹਿੰਦੇ ਵੀ ਇਹ ਗੁੱਸਾ ਹੀ ਕਰਦਾ, ਵਿਗਾੜ ਹੀ ਕਰਦਾ ਰਿਹਾ। ਔਰੰਗਜ਼ੇਬ ਜਿਹੜਾ ਇਹ ਸ਼ਾਹਜਹਾਨ ਨਹੀਂ ਹੈ। ਮਾਤਾ ਜੀ ਕਹਿੰਦੇ ਇਹ ਜਣਾਉਣਾ ਚਾਹੁੰਦੇ ਮਸੰਦਾਂ ਦੇ ਕਹੇ ਹੋਏ ਵੀ ਸ਼ਾਹਜਹਾਨ ਟਲ ਜਾਂਦਾ ਸੀ, ਉਹ ਵੀ ਟਲਿਆ ਉਦੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਕਰਾਰੇ ਹੱਥ ਲੱਗੇ ਸਨ, ਉਦਾਂ ਉਹ ਕਿੱਥੇ ਟਲਦਾ ਸੀ। ਤੇ ਮਹਾਰਾਜ ਸਾਹਿਬ ਨੂੰ ਮਾਤਾ ਜੀ ਕਹਿੰਦੇ ਇਹ ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਇਹਦਾ ਔਰੰਗਜ਼ੇਬ ਐਸਾ ਭੈੜਾ ਹੈ ਵੀ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇੱਕ ਤੋਂ ਸਤਰੂ ਵਿਸਾਰ ਸੋ ਇੱਕ ਤਾਂ ਵੇਖੋ ਵੀ ਉਹ ਦਿੱਲੀ ਵਾਲਾ ਔਰੰਗਜ਼ੇਬ ਤੁਹਾਡਾ ਕਿੱਡਾ ਵੱਡਾ ਵੈਰੀ ਹੈ, ਦੁਸ਼ਮਣ ਬਣਿਆ ਬੈਠਾ ਹੈ। ਕਣਗਾ ਪਾਪੀ ਪਰ ਉਹ ਤਾਂ ਠੀਕ ਹੈ ਵੀ ਇਸ ਵੇਲੇ ਪਾਪੀ ਔਰੰਗਜ਼ੇਬ ਦੱਖਣ ਦੇ ਵਿੱਚ ਹੈ, ਦਿੱਲੀ ਦੇ ਵਿੱਚ ਨਹੀਂ ਹੈ। ਸਗਲ ਦੇਸ ਅਨੁਸਾਰ ਜਿਸ
ਪਰ ਫਿਰ ਵੀ ਮਹਾਰਾਜ ਪੁੱਤਰ ਜੀ ਜਿਹੜਾ ਸਾਰਾ ਹੀ ਇਹ ਦੇਸ਼ ਹੈ, ਇਲਾਕਾ ਏ, ਉਹ ਔਰੰਗਜ਼ੇਬ ਦੇ ਅਨੁਸਾਰੀ ਹੈ, ਉਹਦਾ ਹੁਕਮ ਚੱਲਦਾ ਏ। ਸੰਤਨ ਸੰਤਾਪੀ ਤੇ ਜਿੰਨੇ ਵੀ ਸੰਤ ਮਹਾਤਮਾ ਨੇ ਉਹਨਾਂ ਨੂੰ ਦੁੱਖ ਦਿੰਦਾ ਹੈ, ਕਿਸੇ ਮਹਾਂਪੁਰਖ ਦਾ ਰੱਬ ਦੇ ਪਿਆਰੇ ਦਾ ਲਿਹਾਜ਼ ਨਹੀਂ ਕਰਦਾ। ਅਨੰਦਪੁਰ ਆਪਕੇ ਤੇ ਇਸ ਕਰਕੇ ਮੈਂ ਮਾਂ ਤੁਹਾਨੂੰ ਇਹ ਸਮਝਾਉਂਦੀ ਹੈ ਵੀ ਤੁਹਾਡਾ ਜਿਹੜਾ ਇਹ ਘਰ ਹੈ ਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ, ਸੁੰਦਰ ਸਭ ਸੋਨੀ ਆ ਵੇਖੋ ਚਾਰ ਚੁਫੇਰੇ ਅਨੰਦਪੁਰ ਕਿੱਡੀ ਸੋਹਣੀ ਧਰਤੀ ਹੈ, ਕਿੱਡਾ ਸੋਹਣਾ ਇਲਾਕਾ ਹੈ। ਇੱਕ ਦਿਸ ਗੇੜ ਚੱਕ ਤੁੰਗ ਇੱਕ ਬੰਨੇ ਵੇਖੋ ਉੱਚੇ ਉੱਚੇ ਪਹਾੜ ਹਨ, ਨੈਣਾ ਦੇਵੀ ਦੇ ਨਾਲ ਲੱਗਦੇ, ਇਦ ਸਰਤਾ ਨੋਨੀ ਤੇ ਦੂਸਰੇ ਪਾਸੇ ਵੇਖੋ ਸਤਲੁਜ ਦਰਿਆ ਕਿੱਡਾ ਸੋਹਣਾ ਵਹਿ ਰਿਹਾ ਹੈ, ਦੇ ਵਿਚਕਾਰ ਤੁਹਾਡੀ ਕਿੱਡੀ ਸੋਹਣੀ ਧਰਤੀ ਹੈ ਜਿੱਥੇ ਘਰ ਬਣਾ ਕੇ ਤੁਸੀਂ ਸੁੱਖਾਂ ਨਾਲ ਵਸ ਰਹੇ ਹੋ। ਕਰ ਰਾਜੇ ਸੈਲਪਤੀ ਤੇ ਇਧਰ ਜਿਹੜੇ ਪਹਾੜਾਂ ਦੇ ਬਹੁਤ ਜ਼ਿਆਦੇ ਰਾਜੇ ਹਨ, ਜਿਨ੍ਹਾਂ ਦਾ 22 ਧਾਰ ਦੀਆਂ ਰਿਆਸਤਾਂ ਦੇ ਉੱਤੇ ਰਾਜ ਹੈ। ਤੇ ਮਹਾਰਾਜ ਨੂੰ ਮਾਤਾ ਜੀ ਕਹਿੰਦੇ ਪੁੱਤਰ ਜੀ ਆਪਣਾ ਜਿਹੜਾ ਵਾਸ ਹੈ ਨਾ ਉਹ ਪਹਾੜੀ ਰਾਜਿਆਂ ਦੇ ਦੇਸ਼ ਦੇ ਵਿੱਚ ਹੈ, ਆਪਾਂ ਪਹਾੜੀਆਂ ਦੇ ਇਲਾਕੇ ਵਿੱਚ ਵਸਦੇ ਆ। ਤੇ ਫਿਰ ਤੁਸੀਂ ਵੇਖੋ ਵੀ ਇਹਨਾਂ ਰਿਆਸਤਾਂ ਵਿੱਚ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਦੇ ਹੋ, ਨੇਤੀ ਨਵੇਂ ਤੋਂ ਨਵੇਂ ਬਲਾਸ ਕਰਦੇ ਹੋ, ਜਿਵੇਂ ਚਿੱਤ ਕਰਦਾ ਉਵੇਂ ਕੌਤਕ ਕਰਦੇ, ਨਗਾਰੇ ਵਜਾਉਂਦੇ, ਘੋੜੇ ਦੜਾਉਂਦੇ ਜਾਂਦੇ ਹੋ। ਪਰ ਹੁਣ ਜਿਹੜਾ ਤੁਸੀਂ ਇਦਾਂ ਕਰ ਰਹੇ ਵੀ ਭੀਮ ਚੰਦ ਜੀ ਦੀ ਆਪਾਂ ਰਿਆਸਤ 'ਚ ਰਹਿ ਰਹੇ ਹਾਂ, ਜੇ ਉਹਦੇ ਨਾਲ ਹੀ ਵੈਰ ਪਾ ਲਿਆ, ਸ਼ਤਰੁਤਾ ਪਾ ਲਈ, ਹਾਂ ਤੁਸੀਂ ਹੁਣ ਭੀਮ ਚੰਦ ਨਾਲ ਹੀ ਆਪਣਾ ਵੈਰ ਪਾ ਲਿਆ, ਤੁਹਾਡੀ ਸ਼ਤਰੁਤਾ ਵੈਰ ਪੁਣਾ ਭੀਮ ਚੰਦ ਨਾਲ ਬਣ ਆਇਆ। ਜਿਸ ਭੀਮ ਚੰਦ ਦੀ ਰਿਆਸਤ ਵਿੱਚ, ਜਿਨ੍ਹਾਂ ਪਹਾੜੀਆਂ ਦੇ ਇਲਾਕੇ ਵਿੱਚ ਮਾਤਾ ਜੀ ਕਹਿੰਦੇ ਆਪਾਂ ਵਸਦੇ ਹਾਂ, ਹੇ ਗੁਰੂ ਗੋਬਿੰਦ ਸਿੰਘ ਜੀ, ਲਾਲ ਜੀ, ਉਸ ਭੀਮ ਚੰਦ ਨਾਲ ਹੀ ਹੁਣ ਤੁਹਾਡਾ ਵੈਰ ਵਿਰੋਧ ਪੈ ਗਿਆ ਏ। ਇਹ ਜਿੰਨੇ ਵੀ ਰਾਜੇ ਹਨ ਪਹਾੜਾਂ ਦੇ ਉੱਤੇ ਰਾਜ ਕਰਦੇ, ਜਿਸ ਭੀਮ ਚੰਦ ਦੀ ਸਹਾਇਤਾ ਸਾਰੇ ਹੀ ਕਰਦੇ ਨੇ, ਸਾਰੇ ਹੀ ਰਾਜੇ ਭੀਮ ਚੰਦ ਦੇ ਮਦਦਗਾਰ ਹਨ। ਤੇ ਹੇ ਪੁੱਤਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ, ਹੁਣ ਵੀ ਕਹਿੰਦੀ ਆ ਵੀ ਜਿੱਦਣ ਭੀਮ ਚੰਦ ਦਾ ਜੰਗ ਤੁਹਾਡੇ ਨਾਲ ਹੋ ਗਿਆ ਨਾ, ਸਾਰੇ ਹੀ ਪਹਾੜੀਆਂ ਨੇ ਤੁਹਾਡੇ ਵਿਰੁੱਧ ਇਕੱਠੇ ਹੋ ਜਾਣਾ ਹੈ, ਤੇ ਸਾਰੇ ਇਕੱਠੇ ਹੋ ਕੇ ਚੜ੍ਹਾਈ ਕਰਕੇ ਅਨੰਦਪੁਰ ਸਾਹਿਬ ਤੇ ਆ ਜਾਣਗੇ। ਤੇ ਪੁੱਤਰ ਜੀ ਜੇ ਸਾਰੇ ਰਾਜਿਆਂ ਨੇ ਚੜ੍ਹਾਈ ਕਰਤੀ, ਫਿਰ ਆਪਣਾ ਤੇ ਅਨੰਦਪੁਰ ਵਸਣਾ ਵੀ ਔਖਾ ਹੋ ਜਾਏਗਾ। ਆਪਾਂ ਦੱਸੋ ਉਹਨਾਂ ਦੀ ਕਿਵੇਂ ਬਰਾਬਰੀ ਕਰਾਂਗੇ? ਉਹਨਾਂ ਕੋਲ ਲੱਖਾਂ ਦੀ ਗਿਣਤੀ 'ਚ ਫੌਜ, ਤੁਹਾਡੀ ਫੌਜ ਉਹਨਾਂ ਦੀ ਬਰਾਬਰੀ ਕਿਵੇਂ ਕਰੂਗੀ? ਜਿਹੜੇ ਹਿਤਕਾਰੀ ਗੁਰ ਸਦਨ ਕੇ, ਜਿਹੜੇ ਗੁਰੂ ਘਰ ਦੇ ਹਿਤਕਾਰੀ ਨੇ ਨਾ, ਵੇਖੋ ਆ ਜਿੰਨੇ ਵੀ ਮਸੰਦ ਹਨ, ਜਿਹੜੇ ਗੁਰੂ ਘਰ ਦਾ ਭਲਾ ਚਾਹੁਣ ਵਾਲੇ ਨੇ, ਉਹ ਰੋਜ਼ ਹੀ ਇਹ ਗੱਲਾਂ ਵਿਚਾਰਦੇ ਨੇ, ਮੈਨੂੰ ਵੀ ਆ ਕੇ ਦੱਸਦੇ ਨੇ, ਸਲਾਹਾਂ ਕਰਦੇ ਨੇ ਵੀ ਪਹਾੜੀਏ ਇਕੱਠੇ ਹੋ ਕੇ ਜਦੋਂ ਆ ਗਏ ਤਾਂ ਉਹਨਾਂ ਦੇ ਸਾਹਮਣੇ ਫਿਰ ਕੌਣ ਹੋਊਗਾ? ਤੇ ਐਸੀ ਜਿਹੜੀ ਚਿੰਤਾ ਹੈ ਨਾ, ਹੇ ਪੁੱਤਰ ਜੀ, ਐਸੀ ਚਿੰਤਾ ਦੇ ਵਸ ਦੇ ਵਿੱਚ ਸਾਰੇ ਹੀ ਮਸੰਦ, ਸਾਰੇ ਹੀ ਤੁਹਾਡਾ ਜਿਹੜੇ ਭਲਾ ਚਾਹੁਣ ਵਾਲੇ ਚਿੰਤਾ ਦੇ ਵਸ ਵਿੱਚ ਰਹਿੰਦੇ, ਚਿੰਤਾ ਕਰਦੇ ਹਨ ਤੁਹਾਡੀ। ਆ ਤੁਹਾਡੇ ਤੋਂ ਡਰਦੇ, ਤੁਹਾਡੇ ਕੋਲ ਨਹੀਂ ਆ ਕੇ ਕਹਿੰਦੇ, ਮੈਨੂੰ ਆ ਕੇ ਦੱਸ ਦਿੰਦੇ ਆ ਤੇ ਮੈਨੂੰ ਸਭ ਖਬਰ ਰਹਿੰਦੀ ਹੈ, ਪਰ ਤੁਹਾਡੇ ਤੋਂ ਡਰਦੇ ਤੁਹਾਨੂੰ ਨਹੀਂ ਇਹ ਗੱਲ ਆ ਕੇ ਕਹਿੰਦੇ। ਆ ਜਦੋਂ ਆਪਣੀ ਮਾਤਾ ਸ੍ਰੀ ਗੁਜਰੀ ਜੀ ਦੇ ਬਚਨ ਸੁਣੇ ਗੁਰੂ ਕਲਗੀਧਰ ਮਹਾਰਾਜ ਨੇ, ਤੇ ਕਲਗੀਧਰ ਮਹਾਰਾਜ ਉੱਤਰ ਦਿੰਦਿਆਂ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਮਹਾਰਾਜ ਕਹਿੰਦੇ ਹੇ ਮਾਤਾ ਜੀ, ਐਸੀ ਚਿੰਤਾ ਤੁਸੀਂ ਕਿਉਂ ਕਰਦੇ ਹੋ ਵੀ ਅਸੀਂ ਕਿਤੇ ਵਸਾਂਗੇ ਨਹੀਂ, ਵੀ ਸਾਨੂੰ ਕਿਤੇ ਕੋਈ ਵਸਣ ਨਹੀਂ ਦਵੇਗਾ? ਇਹੋ ਜੀ ਚਿੰਤਾ ਕਿਉਂ ਕਰਦੇ ਹੋ ਵੀ ਪਹਾੜੀਆਂ ਦੀ ਫੌਜ ਜ਼ਿਆਦਾ ਹੈ ਤੇ ਸਾਡੀ ਫੌਜ ਥੋੜੀ ਹੈ? ਮਾਤਾ ਜੀ ਤੁਸੀਂ ਆਪਣੇ ਦਿਲ ਦੇ ਵਿੱਚ ਐਵੇਂ ਡਰ ਰੱਖਿਆ, ਆਪਣੇ ਅੰਦਰੋਂ ਡਰ ਕੱਢ ਦਿਓ ਕਿਸੇ ਕਿਸਮ ਦਾ। ਆ ਸਾਡਾ ਜਿਹੜਾ ਆਸਰਾ ਹੈ ਨਾ, ਖੜਗ ਕੇਤ ਦਾ ਆਸਰਾ ਹੈ ਸਾਨੂੰ। ਖੜਗ ਕੇਤ, ਜਿਸ ਵਾਹਿਗੁਰੂ ਦਾ ਝੰਡਾ ਹੀ ਕਿਰਪਾਨ ਹੈ,
ਜਿਵੇਂ ਕਿਸੇ ਦਾ ਕਿਸੇ ਰੰਗ ਦਾ ਝੰਡਾ ਹੁੰਦਾ, ਕਿਸੇ ਦਾ ਕਿਸੇ ਰੰਗ ਦਾ। ਜਿਸ ਪਰਮੇਸ਼ਰ ਦਾ ਝੰਡਾ ਹੀ ਸ੍ਰੀ ਸਾਹਿਬ ਹੈ, ਉਸ ਖੜਗ ਕੇਤ ਦਾ, ਉਹ ਸ਼ਸਤਰ ਧਾਰੀ ਸਰੂਪ ਅਕਾਲ ਪੁਰਖ ਦਾ ਮਹਾਰਾਜ ਜੀ ਕਹਿੰਦੇ ਵੀ ਸਾਨੂੰ ਆਸਰਾ ਹੈ। ਇੱਕ ਸਾਡੇ ਹਿਰਦੇ ਵਿੱਚ ਵਾਹਿਗੁਰੂ ਦੀ ਓਟ ਹੈ। ਅਕਾਲ ਪੁਰਖ ਕੀ ਰੱਛਾ ਹਮਨੇ, ਸਰਬਲੋ ਜੀ ਦੀ ਰੱਛਿਆ ਹਮਨੇ। ਸਾਨੂੰ ਤਾਂ ਮਹਾਰਾਜ ਜੀ ਕਹਿੰਦੇ ਸਰਬਲੋ ਦੀ ਅਕਾਲ ਪੁਰਖ ਦੀ ਰੱਛਿਆ ਹੈ। ਉਹ ਅਕਾਲ ਪੁਰਖ ਦਾ ਆਸਰਾ ਹੈ ਸਾਨੂੰ, ਇਸ ਕਰਕੇ ਡਰ ਕੋਈ ਨਹੀਂ। ਫਿਰ ਮਾਤਾ ਜੀ ਸਾਨੂੰ ਆਪਣੇ ਪਰਮੇਸ਼ਰ ਵਾਹਿਗੁਰੂ ਦੇ ਬਹੁਤਾ ਤਗੜਾ ਭਰੋਸਾ ਹੈ, ਬਹੁਤਾ ਵਿਸ਼ਵਾਸ ਹੈ ਅਕਾਲ ਪੁਰਖ ਉੱਪਰ। ਇਹ ਭਾਵੇਂ ਕੋਈ ਦਿੱਲੀ ਵਾਲੇ ਹੋਣ, ਔਰੰਗਜ਼ੇਬ ਉਹਦੀਆਂ ਫੌਜਾਂ, ਭੀਮ ਚੰਦ ਪਹਾੜੀ ਰਾਜੇ ਜਾਂ ਇਹ ਬਾਕੀ ਫੌਜ, ਇਹ ਵਿਚਾਰੇ ਨਰ ਕੀ ਹਨ ਉਸ ਵਾਹਿਗੁਰੂ ਦੇ ਅੱਗੇ। ਆ ਤੁਸੀਂ ਡਰੋ ਨਾ, ਜਿਹੜਾ ਕਹਿੰਦੇ ਹੋ ਨਾ ਵੀ ਔਰੰਗਜ਼ੇਬ ਦਾ ਰਾਜ ਬੜਾ ਤਗੜਾ ਹੈ, ਇਹਦੀਆਂ ਜਿਹੜੀਆਂ ਡੂੰਘੀਆਂ ਜੜ੍ਹਾਂ ਲੱਗੀਆਂ ਨੇ ਨਾ ਰਾਜ ਭਾਗ ਦੀਆਂ। ਅਸੀਂ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨਾ ਤੁਰਕਾਂ ਦੀਆਂ ਜੜ੍ਹਾਂ ਪੁੱਟ ਦਿਆਂਗੇ, ਇਹਨਾਂ ਦਾ ਰਾਜ ਭਾਗ ਨਸ਼ਟ ਕਰ ਦਿਆਂਗੇ ਇਸ ਦੇਸ਼ ਵਿੱਚੋਂ। ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ, ਇਹਨਾਂ ਤੁਰਕਾਂ ਕੋ ਸਾਰੀ ਧਰਤੀ ਖੋਹ ਲੈਣਗੇ। ਸਾਡੀ ਫੌਜ ਬਹੁਤ ਹੋਵੇਗੀ, ਸਾਡੇ ਸਿੱਖਾਂ ਦਾ ਬਹੁਤ ਭਾਰੀ ਦਲ ਹੋਵੇਗਾ, ਬੜਾ ਭਾਰੀ ਉਹਨਾਂ ਦਾ ਬਲ ਹੋਵੇਗਾ। ਬਾਕੀ ਮਾਤਾ ਜੀ ਅਸੀਂ ਭੀਮ ਚੰਦ ਨਾਲ ਵਿਗਾੜੀ ਨਹੀਂ ਹੈ। ਜਿਹੜਾ ਭੀਮ ਚੰਦ ਹੈ ਨਾ ਬੜਾ ਹੀ ਮਾਨੀ ਹੰਕਾਰੀ ਹੈ। ਇਹਨੂੰ ਆਪਣੇ ਰਾਜਪੂਤਾਨੇ ਦਾ ਵੀ ਮੈਂ ਰਾਜਪੂਤ ਹਾਂ, ਇਹਨੂੰ ਇਸ ਗੱਲ ਦਾ ਵੀ ਅਸੀਂ ਰਾਜੇ ਲੋਕ ਹਾਂ, ਬੜਾ ਹੀ ਮਾਣ ਹੰਕਾਰ ਹੈ। ਆਪਣਾ ਬਲ ਜਣਾਉਂਦਾ ਹੈ, ਬੰਦੇ ਭੇਜ ਭੇਜ ਕੇ ਆਪਣੇ ਭੇਜ ਦਾ ਵਕੀਲ ਹੈ। ਤੇ ਮਹਾਰਾਜ ਕਹਿੰਦੇ ਮਾਤਾ ਜੀ ਸਾਨੂੰ ਆਪਣੀ ਤਾਕਤ ਵਿਖਾਉਂਦਾ ਹੈ ਭੀਮ ਚੰਦ। ਦੁਰਦ ਤੇ ਫਿਰ ਵੇਖੋ ਮਾਤਾ ਜੀ ਛਲ ਕਰਕੇ ਸਾਡੇ ਕੋਲ ਪ੍ਰਸਾਦੀ ਹਾਥੀ ਲੈਣਾ ਚਾਹੁੰਦਾ ਹੈ ਤੇ ਨਾਲੇ ਸਾਨੂੰ ਡਰਾਉਂਦਾ ਹੈ ਵੀ ਫੌਜ ਬੜੀ ਹੈ, ਵੀ ਸਾਡੀ ਤਾਕਤ ਬੜੀ ਹੈ। ਤਾਂ ਚਿੱਠੀ ਭੇਜੀ ਹੈ, ਚਿੱਠੀ ਵਿੱਚ ਕਹਿੰਦਾ ਜਾਂ ਹਾਥੀ ਪਹੁੰਚਾ ਦਿਓ ਇੱਥੇ ਬਿਲਾਸਪੁਰ, ਜਾਂ ਆਨੰਦਪੁਰ ਛੱਡ ਦਿਓ, ਨਹੀਂ ਤੇ ਜੰਗ ਕਰਨਾ ਪਊ। ਮਾਤਾ ਜੀ ਭੀਮ ਚੰਦ ਸਾਨੂੰ ਡਰ ਦੇਣਾ ਚਾਹੁੰਦਾ ਹੈ, ਪਰ ਉਹ ਜਿਹੜਾ ਰਾਜ ਪੁਣੇ ਦਾ ਹੰਕਾਰ ਚੱਕੀ ਫਿਰਦਾ ਏ, ਉਹਦੇ ਨਾਲ ਇਹੋ ਜਿਹਾ ਮੈਂ ਜੰਗ ਕਰਾਂਗਾ, ਇਹੋ ਜਿਹੇ ਦੋ ਹੱਥ ਗੁਰੂ ਸਾਹਿਬ ਕਹਿੰਦੇ ਮੈਂ ਵਿਖਾਵਾਂਗਾ। ਆ ਵੇਖ ਕਰਕੇ ਕਹਿੰਦੇ ਜੰਗ ਦੇ ਮੈਦਾਨ ਚੋਂ ਦੌੜੇਗਾ, ਪਿੱਛਾ ਭੌਂ ਕੇ ਨਹੀਂ ਵੇਖੇਗਾ ਜਿਹੜਾ ਹੁਣ ਜੰਗ ਦੀਆਂ ਗੱਲਾਂ ਕਰਦਾ। ਮਹਾਰਾਜ ਕਹਿੰਦੇ ਮਾਤਾ ਜੀ ਤੁਸੀਂ ਕਾਇਮ ਹੋ, ਭਰੋਸਾ ਰੱਖੋ ਵਾਹਿਗੁਰੂ ਤੇ। ਇਹ ਭੀਮ ਚੰਦ ਕੀ ਹੈ, ਜਦੋਂ ਆਵੇਗਾ ਨਾ ਦੌੜ ਕੇ ਜਾਏਗਾ, ਇੱਥੇ ਤੁਸੀਂ ਵੇਖਦੇ ਰਹੋ। ਤੇ ਜੇ ਦੌੜੇਗਾ ਨਹੀਂ ਤੇ ਫਿਰ ਜੰਗ ਦੇ ਖੇਤ ਮੈਦਾਨ ਵਿੱਚ ਹੀ ਰੱਖ ਲਾਂਗਾ, ਭਾਵ ਉੱਥੇ ਹੀ ਮਾਰ ਦਾਂਗਾ, ਜਾਂ ਮਾਰ ਦਿਆਂਗੇ ਜਾਂ ਮਹਾਰਾਜ ਕਹਿੰਦੇ ਭਜਾ ਦਿਆਂਗੇ। ਜੇ ਦੌੜੇਗਾ ਨਹੀਂ ਸਾਡੇ ਅੱਗੇ ਲੱਗ ਕੇ ਭੀਮ ਚੰਦ, ਤਾਂ ਫਿਰ ਜਮਾਂ ਦੇ ਘਰ ਇਹਨੂੰ ਪਹੁੰਚਾਵਾਂਗੇ, ਨਰਕਾਂ 'ਚ ਹੀ ਧੱਕਾਂਗੇ ਹੰਕਾਰੀ ਨੂੰ। ਫਿਰ ਮਾਤਾ ਜੀ ਅਸੀਂ ਛਤਰੀ ਸ਼ਸਤਰ ਧਾਰੀ ਆ, ਅਸੀਂ ਕਾਹਦਾ ਡਰ ਕਰੀਏ ਇਹਨਾਂ ਲੋਕਾਂ ਦਾ, ਕਿਸੇ ਤਰ੍ਹਾਂ ਦਾ ਡਰ ਨਹੀਂ ਕਰਾਂਗੇ। ਅਸੀਂ ਨਹੀਂ ਡਰਾਂਗੇ, ਨਾ ਕਿਸੇ ਔਰੰਗਜ਼ੇਬ ਕੋ ਡਰਾਂਗੇ, ਨਾ ਕਿਸੇ ਪਹਾੜੀ ਰਾਜੇ ਕੋ ਡਰਾਂਗੇ। ਜਿਹੜੇ ਆਪਣਾ ਹੰਕਾਰ ਸਾਨੂੰ ਜਣਾਉਂਦੇ ਨੇ, ਜਿਹੜਾ ਭੀਮ ਚੰਦ ਆਪਣੀ ਤਾਕਤ ਵਿਖਾਉਂਦਾ, ਅਸੀਂ ਨਹੀਂ ਇਹਦੇ ਅੱਗੇ ਡਰਦੇ ਪਹਾੜੀ ਤੋਂ। ਇਹਦੇ ਸਾਹਮਣੇ ਜਦੋਂ ਫੌਜ ਲੈ ਕੇ ਆਏਗਾ ਮਹਾਰਾਜ ਕਹਿੰਦੇ ਐਸਾ ਲੋਹਾ ਖੜਕਾਵਾਂਗੇ, ਐਸਾ ਜੰਗ ਕਰਾਂਗੇ। ਫਿਰ ਮੁੜ ਕੇ ਇਧਰ ਮੂੰਹ ਨਹੀਂ ਕਰੇਗਾ ਆਨੰਦਪੁਰ ਸਾਹਿਬ ਵੱਲ। ਫਿਰ ਚਿੱਠੀ ਭੇਜਣ ਲੱਗਿਆ ਵੀ 100 ਵਾਰਾਂ ਸੋਚੇਗਾ। ਇਹ ਨਾ ਵੇਖਿਆ ਕਰੋ ਵੀ ਉਹ ਬਹੁਤੇ ਨੇ ਆ ਥੋੜੇ ਨੇ, ਭਾਵੇਂ ਕੋਈ ਥੋੜਾ ਹੋਵੇ ਗਿਣਤੀ 'ਚ, ਭਾਵੇਂ ਕੋਈ ਬਹੁਤਾ ਹੋਵੇ। ਉਹਨਾਂ ਸਾਰਿਆਂ ਤੋਂ ਉੱਪਰ ਇੱਕ ਅਕਾਲ ਪੁਰਖ ਵਾਹਿਗੁਰੂ ਤਗੜਾ ਹੈ, ਜਿਸ ਅਕਾਲ ਪੁਰਖ ਦੀ ਆਗਿਆ ਪਾ ਕੇ, ਨਾਲੇ ਅਸੀਂ ਕਿਵੇਂ ਆਪਣੇ ਆਪ ਥੋੜਾ ਕਰ ਰਹੇ ਹਾਂ, ਉਸ ਵਾਹਿਗੁਰੂ ਦਾ ਹੁਕਮ ਪਾ ਕਰਕੇ। ਆ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਦੀ ਆਗਿਆ ਪਾ ਕੇ ਹੀ ਅਸੀਂ ਧਰਤੀ ਦੇ ਉੱਤੇ ਇਹ ਜਨਮ ਜਿਹੜਾ ਆਪਣਾ ਲੈ ਕੇ ਸਾਰਿਆਂ ਨੂੰ ਆਪਣਾ ਸਰੂਪ ਵਿਖਾਇਆ ਹੈ।
ਜਿਹੜੇ ਦੁਸ਼ਟ ਨੇ, ਹੰਕਾਰ ਕਰਦੇ ਨੇ, ਜਿਹੜੇ ਧੱਕਾ ਕਰਦੇ ਨੇ, ਉਹਨਾਂ ਨੂੰ ਦੰਡ ਦਿਆਂਗਾ, ਸਜ਼ਾ ਦਿਆਂਗਾ। ਜਿਹੜੇ ਵੀ ਪੁੱਠੀ ਚਾਲ ਚੱਲਦੇ ਹਨ ਉਹ ਬਖਸ਼ੇ ਨਹੀਂ ਹੁਣ ਜਾਣਗੇ। ਮਾਤਾ ਜੀ ਆਪਣੇ ਸਿੱਖਾਂ ਨੂੰ ਰਾਜਾ ਬਣਾਉਂਗਾ, ਕੱਲੇ ਕੱਲੇ ਸਿੱਖ ਨੂੰ ਮੈਂ ਪਾਤਸ਼ਾਹੀ ਵਾਲਾ ਜੀਵਨ ਦਿਆਂਗਾ। ਸਾਰੀ ਧਰਤੀ ਖੋਹ ਕਰਕੇ ਤੇ ਆਪਣੇ ਸਿੱਖਾਂ ਨੂੰ ਰਾਜ ਬਖਸ਼ਾਂਗਾ। ਇਹ ਤੇ ਆਦਿਕ ਫਿਰ ਵਾਰਤਾ ਹੁੰਦੀ ਜਦੋਂ ਮਾਤਾ ਜੀ ਨੂੰ ਆ ਕੇ ਮਸੰਦ ਕਹਿੰਦੇ ਆ। ਮਾਤਾ ਜੀ ਮਸੰਦਾਂ ਦੇ ਡਰਾਏ ਗੁਰੂ ਸਾਹਿਬ ਨੂੰ ਕਹਿੰਦੇ ਆ ਤੇ ਗੁਰੂ ਸਾਹਿਬ ਕਹਿੰਦੇ ਵੀ ਮੈਂ ਦੁਸ਼ਟਾਂ ਨੂੰ ਸੋਧ ਕੇ ਹਟਾਂਗਾ। ਕਈ ਵਾਰ ਮਾਤਾ ਜੀ ਤੇ ਗੁਰੂ ਸਾਹਿਬ ਦਾ ਬਚਨ ਬਲਾਸ ਹੋਇਆ। ਗੁਰੂ ਸਾਹਿਬ ਇੱਕ ਹੀ ਗੱਲ ਕਹਿੰਦੇ ਵੀ ਸਾਨੂੰ ਰੱਬ ਦਾ ਭਰੋਸਾ ਏ। ਕਵੀ ਜੀ ਕਹਿੰਦੇ ਜਿਹੜੇ ਤੇ ਕਾਇਰ ਨੇ ਨਾ, ਜਿਨ੍ਹਾਂ ਨੂੰ ਤੇ ਹੱਡਾਂ ਦੇ ਵਿੱਚ ਵੇਲੀਆਂ ਖਾਣ ਦੀ ਆਦਤ ਪੈ ਗਈ ਹੈ, ਗੁਰੂ ਘਰ ਦਾ ਚੜਾਵਾ ਜਿਹੜਾ ਹੇਰਾ ਫੇਰੀ ਕਰਨ ਦੀ ਆਦਤ ਪਈ ਹੈ, ਉਹ ਕਾਇਰ ਲੋਕ ਤਾਂ ਚਾਹੁੰਦੇ ਆ ਵੀ ਜੰਗ ਨਾ ਹੀ ਹੋਵੇ ਭੀਮ ਚੰਦ ਦੇ ਨਾਲ। ਆਪਣੇ ਦਿਲ ਵਿੱਚ ਡਰਦੇ ਰਹਿੰਦੇ ਨੇ ਵੀ ਸਾਡੇ ਕੋਲ ਤੇ ਭੱਜਿਆ ਵੀ ਨਹੀਂ ਜਾਣਾ, ਕਿਉਂਕਿ ਹੱਡ ਸਾਡੇ ਹੁਣ ਪੋਲੇ ਪੈ ਚੁੱਕੇ ਨੇ। ਪਰ ਜਿਹੜੇ ਯੋਧੇ ਹਨ, ਜਿਹੜੇ ਮਰਦ ਬਹਾਦਰ ਨੇ, ਸੂਰਮੇ ਨੇ, ਉਹ ਚਾਹੁੰਦੇ ਵੀ ਜੰਗ ਛੇਤੀ ਹੋਵੇ ਪਹਾੜੀਆਂ ਦੇ ਨਾਲ। ਉਹ ਕਚੀਜੀਆਂ ਲੈ ਲੈ ਕੇ ਉੱਠਦੇ ਨੇ ਵੀ ਪਹਾੜੀਏ ਆਉਣ ਤੇ ਅਸੀਂ ਉਹਨਾਂ ਨੂੰ ਮਾਰ ਮਾਰ ਕੇ ਭਜਾਵਾਂਗੇ। ਇੱਕ ਦੂਜੇ ਨਾਲ ਜਿੱਦਾਂ ਲਾਉਂਦੇ ਮੈਂ 100 ਮਾਰੂ, ਉਹ ਕਹਿੰਦਾ ਮੈਂ 1000 ਮਾਰੂ। ਫਿਰ ਪਰ ਜਿਹੜੇ ਮੂਰਖ ਨੇ, ਪਹਾੜੀ ਹੋਏ ਜਾਂ ਮਸੰਦ, ਉਹ ਗੁਰੂ ਦੀ ਜੋ ਮਹਿਮਾ ਵਡਿਆਈ ਹੈ ਉਹ ਵਿਚਾਰਦੇ ਨਹੀਂ ਵੀ ਗੁਰੂ ਕਲਗੀਧਰ ਮਹਾਰਾਜ ਮਹਾਨ ਤੋਂ ਮਹਾਨ ਹਨ। ਅਸੀਂ ਕਿਹਨਾਂ ਨੂੰ ਸਲਾਹਾਂ ਦਿੰਨੇ ਆ। ਇਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਦੇਸ਼ਨ ਤੇ ਸੰਗਤਾਂ, ਬਹੁਤੇ ਦੇਸ਼ਾਂ ਤੋਂ ਜੋ ਸਿੱਖ ਸੰਗਤਾਂ ਨੇ ਜਥੇ ਬਣਾ ਕੇ ਅਨੰਦਪੁਰ ਸਾਹਿਬ ਆਉਂਦੀਆਂ ਨੇ। ਮਾਈ ਭਾਈ ਬੱਚੇ ਬਜ਼ੁਰਗ ਸਾਰੇ ਅਨੰਦਪੁਰ ਆਉਂਦੇ ਹਨ। ਤੇ ਜਿਹੜੀ ਸੰਗਤ ਅਨੰਦਪੁਰ ਆਉਂਦੀ ਹੈ ਉਹਨਾਂ 'ਚ ਜਿਹੜੇ ਕੋਈ ਸੂਰਮੇ ਹੁੰਦੇ ਨੇ, ਕੋਈ ਮਰਦ ਹੁੰਦੇ ਨੇ ਬਹਾਦਰੀ ਵਿਖਾਉਣ ਵਾਲੇ। ਜਿਹੜੀ ਜੰਗ ਦੇ ਵਿੱਚ ਜਿਹੜੀ ਵਿਧੀ ਚਾਹੀਦੀ ਹੁੰਦੀ ਹੈ ਵੀ ਜਿੱਦਾਂ ਦਾ ਕੱਦ ਕਾਠ, ਜਿਵੇਂ ਦੀ ਦਲੇਰੀ ਜੰਗ ਵਿੱਚ ਚਾਹੀਦੀ ਹੁੰਦੀ ਹੈ, ਉਹ ਜਿਨ੍ਹਾਂ ਦੇ ਵਿੱਚ ਵੇਖਦੇ ਹਨ ਮਹਾਰਾਜ, ਉਹ ਇਹ ਗੱਲ ਸੁਣ ਕੇ ਵੀ ਗੁਰੂ ਫੌਜ ਭਰਤੀ ਕਰ ਰਹੇ ਨੇ ਤੇ ਪਹਾੜੀਆਂ ਨਾਲ ਜੰਗ ਹੋਣਾ। ਤੇ ਕਈ ਜਿਹੜੇ ਸੰਗਤ ਵਿੱਚ ਸੂਰਮੇ ਆਉਂਦੇ, ਸਿੱਖ ਆਉਂਦੇ ਆ, ਉਹ ਮਹਾਰਾਜ ਦੀ ਫੌਜ ਵਿੱਚ ਦਲ ਵਿੱਚ ਭਰਤੀ ਹੁੰਦੇ ਨੇ। ਮਹਾਰਾਜ ਸਾਨੂੰ ਵੀ ਦਲ ਵਿੱਚ ਰੱਖ ਲਵੋ। ਅਤੇ ਨਹਿ ਸਦਨ ਪਿਆਨੇ, ਉਹ ਵਾਪਸ ਆਪਣੇ ਘਰਾਂ ਨੂੰ ਨਹੀਂ ਜਾਂਦੇ, ਕਹਿੰਦੇ ਹੁਣ ਜੰਗ ਕਰਕੇ ਹੀ ਜਾਵਾਂਗੇ। ਉਹ ਇੱਦਾਂ ਸੋਚਦੇ ਐ ਵੀ ਗੁਰੂ ਗੋਬਿੰਦ ਸਿੰਘ ਨੂੰ ਹੁਣ ਕੰਮ ਪਿਆ ਏ, ਜੰਗ ਹੋਣਾ ਹੈ ਪਹਾੜੀਆਂ ਦੇ ਨਾਲ। ਅਸੀਂ ਹੁਣ ਵੈਰੀ ਪਹਾੜੀਆਂ ਨੂੰ ਮਾਰਾਂਗੇ, ਇੱਥੇ ਘਰਾਂ ਵਿੱਚ ਜਾ ਕੇ ਕੀ ਲੈਣਾ, ਇੱਥੇ ਤੇ ਗੁਰੂ ਦੀਆਂ ਖੁਸ਼ੀਆਂ ਲਵਾਂਗੇ। ਇਸ ਤਰ੍ਹਾਂ ਜਿਹੜੇ ਉਤਸ਼ਾਹੀ ਸਿੱਖ ਨੇ, ਉਤਸ਼ਾਹੀ ਸਿੱਖ ਭਾਵ ਵੀ ਜਿਹੜੇ ਸਦਾ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਹਨ, ਜਿਹੜੇ ਡਰਪੋਕ ਨਹੀਂ ਹਨ, ਨਾ ਡਰਦੇ ਨੇ, ਨਾ ਕਿਸੇ ਦੇ ਅੰਦਰ ਡਰ ਪਾਉਂਦੇ ਹਨ, ਉਹ ਤਾਂ ਆਨੰਦਪੁਰ ਗੁਰੂ ਸਾਹਿਬ ਦੇ ਕੋਲ ਨਿਵਾਸ ਰੱਖਦੇ ਨੇ। ਜਿਹੜਾ ਦੀਵਾਨ ਆਨੰਦ ਚੰਦ ਹੈ, ਜਿਹਨੂੰ ਮਹਾਰਾਜ ਨੇ ਸਾਰੀ ਫੌਜ ਦਾ ਕਮਾਂਡਰ ਬਣਾਇਆ ਹੈ, ਉਹ ਸੁਧ ਲੈਂਦਾ ਏ। ਜਿੰਨੀ ਵੀ ਫੌਜ ਆਉਂਦੀ ਹੈ ਵੀ ਉਹਨਾਂ ਨੇ ਰਹਿਣਾ ਕਿੱਥੇ ਹੈ, ਰਹਿਣ ਦੇ ਲਈ ਆਸਣ ਦਿੰਦਾ ਏ। ਫਿਰ ਉਹਨਾਂ ਦਾ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ, ਰਸਤ ਬਸਤ ਸਾਰੀਆਂ ਪਲਟਣਾ ਨੂੰ, ਸਾਰੀਆਂ ਮਿਸਲਾਂ ਨੂੰ ਜਾਂਦੀ ਹੈ। ਇੱਧਰ ਕਲਗੀਧਰ ਮਹਾਰਾਜ ਸਾਹਿਬ ਇੱਦਾਂ ਕਰ ਰਹੇ ਨੇ, ਪਰ ਉਧਰ ਜਿਹੜਾ ਪਹਾੜੀਆ ਹੈ ਨਾ, ਉਹ ਤਾਂ ਨਿਜਪੁਰ ਯਾਰ ਦੇਸ਼ ਮੇ ਜਿਹੜੇ ਪਹਾੜੀਏ ਨੇ, ਉਹ ਕਲਗੀਧਰ ਮਹਾਰਾਜ ਦੇ ਪ੍ਰਤਾਪ ਤੋਂ ਇੰਨਾ ਡਰੇ ਵੀ ਆਪੋ ਆਪਣੇ ਸ਼ਹਿਰਾਂ ਵਿੱਚ, ਆਪੋ ਆਪਣੇ ਦੇਸ਼ਾਂ ਦੇ ਵਿੱਚ ਕਹਿੰਦੇ ਵੀ ਤਕੜਾਈ ਰੱਖਦੇ ਹਨ। ਰਾਖੇ ਤਕੜਾਈ, ਆਪਣੇ ਫੌਜੀਆਂ ਨੂੰ ਕਹਿੰਦੇ ਵੀ ਪਹਿਰੇ ਦੇ ਰਿਓ। ਉਹਨਾਂ ਦੇ ਅੰਦਰ ਡਰ ਹੈ ਵੀ ਪਤਾ ਨਹੀਂ ਗੁਰੂ ਸਾਹਿਬ ਕਦੋਂ ਆ ਕੇ ਤੇ ਸਾਡੇ ਤੇ ਹਮਲਾ ਕਰ ਦੇਣ, ਇੰਨੇ ਡਰੇ ਹਨ। ਚਾਰ ਸਫੇਰੇ ਆਪਣੇ ਦੇਸ਼ ਦੇ ਵਿੱਚ ਫੌਜਾਂ ਨੂੰ, ਸੂਰਮਿਆਂ ਨੂੰ ਭੇਜਦੇ ਨੇ ਵੀ ਗਸ਼ਤ ਕਰਕੇ ਆਵੋ। ਤੇ ਤਕੜਾਈ ਰੱਖਣ ਦੇ ਵਾਸਤੇ ਡਰ ਧਰ ਗਿਰ ਰਾਈ, ਪਹਾੜੀ ਰਾਜੇ ਜਿਹੜੇ ਨੇ ਨਾ, ਡਰ ਧਾਰ ਕੇ
ਤੇ ਸੂਰਮਿਆਂ ਨੂੰ ਭੇਜਦੇ ਨੇ ਤਕੜਾਈ ਰੱਖਣ ਲਈ, ਕਹਿੰਦੇ ਹਨ ਵੀ ਰਾਤ ਦਿਨ ਜਾਗਦੇ ਰਹੋ। ਸੱਚ ਸਕਾਲੇ ਸੁਧ ਸਗਲ ਸਵੇਰ ਹੋਵੇ ਸ਼ਾਮ ਹੋਵੇ ਸਾਰੀ ਖਬਰ ਰੱਖਦੇ ਹਨ ਗੁਰੂ ਕਲਗੀਧਰ ਮਹਾਰਾਜ ਦੀ। ਸੁਣ ਕੈ ਗੁਰ ਕੇਰੀ ਮਹਾਰਾਜ ਦੀਆਂ ਖਬਰਾਂ ਸੁਣਦੇ ਨੇ ਵੀ ਅੱਜ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ। ਸੰਗਤ ਵਿੱਚ ਇਹਨਾਂ ਦੇ ਸੂਹੀਏ ਵੀ ਆ ਕੇ ਬਹਿ ਜਾਂਦੇ, ਉਹ ਜਾ ਖਬਰਾਂ ਦਿੰਦੇ ਵੀ ਅੱਜ ਗੁਰੂ ਸਾਹਿਬ ਨੇ ਆਹ ਗੱਲ ਕਹੀ, ਅੱਜ ਆਹ ਬਚਨ ਕਿਹਾ। ਅਨੇਕ ਵਿਚਾਰ ਅਨੇਕ ਵਿਦ ਅਨੇਕਾਂ ਤਰ੍ਹਾਂ ਦੇ ਨਾਲ ਵਿਉਂਤਾਂ ਗੁੰਦਦੇ ਨੇ, ਪਹਾੜੀਏ ਵਿਚਾਰਾਂ ਕਰਦੇ ਰਹਿੰਦੇ ਹਨ ਜਾਣ ਹੋਏ ਕਿਸ ਡੇਰੀ ਵੀ ਕਿਸ ਵੇਲੇ ਵੀ ਕਹਿੰਦੇ ਜੰਗ ਹੋ ਸਕਦਾ ਹੈ, ਪਤਾ ਨਹੀਂ ਕਦੋਂ ਲੜਾਈ ਸ਼ੁਰੂ ਹੋ ਜਾਏ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤਗੜੇ ਹੋ ਕੇ ਕਹਿੰਦੇ ਰਹੋ। ਵਿਉਤ ਵਿਆਹ ਕੀ ਵਿਵਿਧ ਵਿਦ ਇਧਰ ਭੀਮ ਚੰਦ ਰਾਜਾ ਵੀ ਵਿਆਹ ਦੀਆਂ ਜਿਹੜੀਆਂ ਅਨੇਕਾਂ ਵਿਧੀਆਂ ਦੀਆਂ ਵਿਉਂਤਾਂ ਹੁੰਦੀਆਂ ਨੇ, ਵੀ ਕਿੰਨੀ ਬਰਾਤ ਖੜਨੀ ਹੈ, ਕਿੱਦਣ ਜਾਵਾਂਗੇ, ਕਿੱਥੇ ਕਿੱਥੇ ਰੁਕਾਂਗੇ, ਜਿਹੜੀਆਂ ਅਨੇਕਾਂ ਵਿਉਂਤਾਂ ਨੇ। ਬਹੁਤ ਤਰ੍ਹਾਂ ਕਰ ਕਰਕੇ ਜਿਹੜੀਆਂ ਵਿਉਂਤਾਂ ਬਣਾ ਕੇ ਤੇ ਬਰਾਤ ਲੈ ਕੇ ਜਾਣ ਵਾਸਤੇ ਤਿਆਰੀ ਕਰਦੇ ਹਨ। ਆਏ ਮੇਲ ਤਿਨ ਸ਼ਸਤਰ ਜੁਟ ਤੇ ਜਿਹੜਾ ਵੀ ਮੇਲ ਵਿੱਚ ਆਉਂਦਾ ਹੈ ਨਾ ਜਾਂਜੀ, ਉਹਨੂੰ ਹੀ ਕਹਿ ਕੇ ਭੇਜ ਦਿੰਦੇ ਵੀ ਸ਼ਸਤਰ ਚੰਗੇ ਲੈ ਕੇ ਆਇਓ, ਤੇ ਸ਼ਸਤਰ ਧਾਰ ਕੇ ਆ ਰਹੇ ਨੇ ਸਾਰੇ। ਕਹਿ ਕੇ ਭੀਮ ਚੰਦ ਉਹਨਾਂ ਨੂੰ ਸੱਦਦਾ ਹੈ ਵੀ ਚੰਗੇ ਚੰਗੇ ਬਰਸ਼ੇ ਨੇਜੇ ਲੈ ਕੇ ਆਇਓ, ਐਵੇਂ ਖਾਲੀ ਮੂੰਹ ਨਾ ਚੱਕੀ ਆ ਜਿਓ। ਇੱਧਰ ਜਿਵੇਂ ਗੁਰੂ ਕਲਗੀਧਰ ਫੌਜਾਂ ਇਕੱਠੀਆਂ ਕਰ ਰਹੇ ਆ, ਭੀਮ ਚੰਦ ਨੇ ਵੀ ਵਿਆਹ ਦੇ ਬਹਾਨੇ ਬੜੀ ਫੌਜ ਇਕੱਠੀ ਕਰ ਲਈ। ਜਿੱਥੇ ਕਿੱਥੇ ਵੀ ਕਹਿੰਦੇ ਵੀ ਤਿਆਰੀ ਕਰਕੇ ਰੱਖੀ ਆ, ਵੀ ਗੁਰੂ ਸਾਹਿਬ ਦਾ ਕੋਈ ਵਸਾਹ ਨਹੀਂ ਹੈ ਵੀ ਖਾਣਾ ਕਦੋਂ ਫੌਜ ਲੈ ਕੇ ਆ ਜਾਣ। ਤੇ ਕਈ ਵਾਰਾਂ ਤੇ ਸੁਣ ਗੁਰ ਸਰ ਕੀ ਸ਼ਾਹ ਦੀ। ਭੀਮ ਚੰਦ ਗੁਰੂ ਕਲਗੀਧਰ ਦੇ ਤੀਰਾਂ ਦੀ ਜਦੋਂ ਸ਼ਾਹ ਦੀ ਸੁਣਦਾ ਨਾ, ਜਿਹਨੇ ਅੱਖੀਂ ਵੇਖਿਆ ਹੋਵੇ ਮਹਾਰਾਜ ਨੂੰ ਤੀਰ ਚਲਾਉਂਦੇ ਆ, ਤੇ ਜਦੋਂ ਉਹਨਾਂ ਕੋਲ ਸੁਣਦਾ ਹੈ ਕਿ ਮਹਾਰਾਜ ਬੜੇ ਵੱਡੇ ਤੀਰ ਅੰਦਾਜ਼ ਹਨ, ਤੇ ਕਦੀ ਕਦੀ ਭੀਮ ਚੰਦ ਆਪਣੇ ਘਰੇ ਬੈਠਾ ਹੀ ਡਰਨ ਲੱਗ ਪੈਂਦਾ ਵੀ ਗੁਰੂ ਸਾਹਿਬ ਦੇ ਜਿਹੜੇ ਤੀਰ ਹਨ ਕਹਿੰਦੇ ਵੀ 4-4 ਮੀਲ ਤੇ ਮਾਰ ਕਰਦੇ ਨੇ, ਇਹ ਨਾ ਹੋਵੇ ਵੀ ਮੇਰੀ ਰਿਆਸਤ ਦੇ ਇੱਥੇ ਲਾਗੇ ਜੇ ਆ ਕੇ ਰਾਜਧਾਨੀ ਤੇ ਤੀਰ ਚਲਾ ਕੇ ਮੈਨੂੰ ਮਾਰ ਦੇਣ। ਏਦਾਂ ਡਰ ਜਾਂਦਾ ਕਈ ਵਾਰਾਂ ਕਿ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਿੱਖੇ ਤੇ ਬੜੇ ਭਿਆਨਕ ਜਿਹੜੇ ਤੀਰ ਹਨ, ਕਈ ਕੋਹ ਤੀਕਰ 4-4 ਕੋਹ ਤੀਕਰ ਮਹਾਰਾਜ ਤੀਰ ਜਿਹੜਾ ਹੈ ਕਮਾਨ ਤੇ ਚੱਲੇ ਤੇ ਚਾੜ ਕੇ ਮਾਰ ਦਿੰਦੇ ਨੇ। ਇਹ ਗੱਲਾਂ ਜਿਹੜੀਆਂ ਅੱਖੀਂ ਵੇਖਣ ਵਾਲਿਆਂ ਕੋ ਜਦੋਂ ਭੀਮ ਚੰਦ ਸੁਣਦਾ ਹੈ ਤੇ ਡਰ ਜਾਂਦਾ ਹੈ। ਏਦਾਂ ਦੱਸਦੇ ਨੇ ਭੀਮ ਚੰਦ ਜੀ, ਜਿਹੜਾ ਤੀਰ ਗੁਰੂ ਕਲਗੀਧਰ ਚਲਾਉਂਦੇ ਨੇ ਸਾਰਾ ਗਰਕ ਹੋ ਜਾਂਦਾ। ਗਰਕ ਹੁੰਦਾ ਵੀ ਜਿਹੜੇ ਨਿਸ਼ਾਨੇ ਦੇ ਮਾਰਦੇ ਨੇ ਉਹ ਸਾਰੇ ਦਾ ਸਾਰਾ ਤੀਰ ਵਿੱਚ ਧੱਸ ਜਾਂਦਾ, ਅੱਗੇ ਪਾਰ ਹੋ ਜਾਂਦਾ ਏ। ਤੇ ਫਿਰ ਬੜੀ ਛੇਤੀ ਦੇ ਨਾਲ ਇੱਕ ਤੀਰ ਦੇ ਪਿੱਛੇ ਦੂਜਾ ਤੀਰ, ਕਿੰਨੇ ਤੀਰਾਂ ਦਾ ਮੀਂਹ ਪਾ ਦਿੰਦੇ ਹਨ। ਤੇ ਕਦੀ ਤਾਂ ਇਹ ਗੱਲਾਂ ਸੁਣ ਕੇ ਡਰ ਜਾਂਦਾ। ਜਦੋਂ ਫਿਰ ਆਪਣੀ ਫੌਜ ਵੱਲ ਵੇਖਦਾ ਵੀ ਮੇਰੀ ਫੌਜ ਬੜੀ ਹੈ, ਫਿਰ ਗੁੱਸੇ 'ਚ ਕ੍ਰੋਧ ਵਿੱਚ ਵੀ ਆ ਜਾਂਦਾ ਕਈ ਵਾਰਾਂ। ਕਹਿੰਦਾ ਵੀ ਮੈਂ ਡਰਦਾ ਗੁਰੂ ਤੋਂ, ਗੁਰੂ ਤਾਂ ਮੇਰੇ ਦੇਸ਼ ਵਿੱਚ ਰਹਿੰਦਾ ਹੈ। ਆ ਵੇਖੋ ਵੀ ਮੈਂ ਕਿਹੜਾ ਤੇ ਕੋਈ ਜ਼ੁਲਮ ਕੀਤਾ, ਇੱਕ ਹਾਥੀ ਮੰਗਿਆ ਸੀ, ਕੁਝ ਵਸਤੂਆਂ ਮੰਗ ਲੀਆਂ, ਫਿਰ ਮੇਰੇ ਦੇਸ਼ ਵਿੱਚ ਰਹਿੰਦਾ, ਮੈਂ ਉਹਦਾ ਰਾਜਾ ਪਰ ਮੈਨੂੰ ਮੰਗਿਆ ਵਸਤੂਆਂ ਨਹੀਂ ਦਿੱਤੀਆਂ, ਅਤੇ ਸਗੋਂ ਮੇਰੇ ਦਾਸਾਂ ਨੂੰ ਕੁੱਟ ਮਾਰ ਕੇ ਨਰਾਦਰ ਕਰਕੇ ਤੇ ਆਨੰਦਪੁਰ ਚੋਂ ਬਾਹਰ ਕੱਢ ਦਿੱਤਾ ਸਭਾ ਵਿੱਚੋਂ। ਉਧਰ ਭੀਮ ਚੰਦ ਏਦਾਂ ਗੱਲਾਂ ਕਰਦਾ ਆਪਣੇ ਸਾਥੀਆਂ ਕੋ ਬੈਠ ਕੇ। ਇਧਰ ਦੀਵਾਨ ਵਿੱਚ ਸੂਰਮਿਆਂ 'ਚ ਬੈਠੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਵੀ ਸਿੱਖਾਂ ਨੂੰ ਏਦਾਂ ਕਹਿੰਦੇ ਹਨ, ਕਹਿੰਦੇ ਵੀ ਸਿੱਖੋ ਤਿਆਰ ਰਹੋ, ਜੰਗ ਦੇ ਰੰਗ ਵੇਖਾਂਗੇ, ਜੰਗ ਦੇ ਆਨੰਦ ਮਾਣਾਂਗੇ, ਸਮਾਂ ਆ ਗਿਆ ਜੇ। ਤੇ ਸੰਗੋ ਸ਼ਾਹ ਆਦਿਕ ਜਿਹੜੇ ਪੰਜੇ ਭਰਾ ਇਹ ਸੂਰਮੇ ਨੇ ਮਹਾਰਾਜ ਦੀ ਭੂਆ ਦੇ ਪੁੱਤਰ, ਤੇ ਹੋਰ ਵੀ ਜਿਹੜੇ ਬਹੁਤੇ ਸਿੱਖ ਮਹਾਰਾਜ ਦੇ ਕੋਲ ਬੈਠੇ ਹੁੰਦੇ ਹਨ, ਉਹਨਾਂ ਨੂੰ ਮਹਾਰਾਜ ਉਤਸ਼ਾਹ ਦੇ ਕੇ, ਥਾਪੜਾ ਦੇ ਕੇ ਉਹਨਾਂ ਦਾ ਉਤਸ਼ਾਹ ਵਧਾਉਂਦੇ ਨੇ ਵੀ ਜੰਗ ਦੇ ਰੰਗ ਵੇਖਣੇ ਆ, ਤਮਾਸ਼ੇ ਦਾ ਤਿਆਰ ਬਰ ਤਿਆਰ ਰਹੋ।
ਤੇ ਜਿਹੜਾ ਮਹਾਰਾਜ ਕੋਲੋਂ ਚੜ੍ਹਦੀ ਕਲਾ ਦੀਆਂ ਗੱਲਾਂ ਸੁਣਦਾ ਬੜਾ ਹੀ ਆਨੰਦਿਤ ਹੁੰਦਾ, ਨਿਹਾਲ ਹੋ ਜਾਂਦਾ ਸੂਰਮਾ। ਉਹ ਅੱਗੋਂ ਕਹਿੰਦੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਹੁਣ ਵੇਖਿਓ ਤੁਸੀਂ ਜਦੋਂ ਸਮਾਂ ਬਣਿਆ, ਜਦੋਂ ਵੱਡਾ ਜੰਗ ਹੋਇਆ ਨਾ ਪਹਾੜੀ ਫੌਜ ਲੈ ਕੇ ਆਉਣਗੇ, ਫੇਰ ਵੇਖਿਓ ਤੁਸੀਂ ਸਾਡੇ ਜੌਹਰ ਆ ਜਿਹੜੇ ਕਾਇਰ ਜਿਹੜੇ ਝੂਠੇ ਪਹਾੜੀਏ ਨੇ ਨਾ ਭੀਮ ਚੰਦ ਤੋਂ ਲੈ ਕੇ ਜਿਹੜੇ ਛਲ ਕਰਦੇ ਨੇ ਤੇ ਪੁੱਠੀਆਂ ਚਾਲਾਂ ਚੱਲਦੇ ਹਨ, ਸਾਨੂੰ ਡਰਾਉਂਦੇ ਨੇ, ਧਮਕੀਆਂ ਭਰੀਆਂ ਚਿੱਠੀਆਂ ਲਿਖ ਕੇ ਭੇਜਦੇ ਨੇ। ਮਹਾਰਾਜ ਜੀ ਉਹ ਇਹ ਵਿਚਾਰੇ ਪਹਾੜੀਏ ਸਾਨੂੰ ਕੀ ਮਾਰ ਸਕਣਗੇ। ਕਹਿੰਦੇ ਲੁੱਟ ਲਹੇ ਉਤਾਲੀ, ਇਹਨਾਂ ਸਾਨੂੰ ਕੀ ਮਾਰਨਾ ਸੀ, ਇਹਨਾਂ ਨੂੰ ਲੁੱਟਾਂਗੇ। ਇਹਨਾਂ ਦੇ ਸ਼ਸਤਰ ਖੋਹ ਕੇ, ਇਹਨਾਂ ਦੇ ਤੰਬੂ ਘੋੜੇ ਖੋਹ ਕੇ ਮਹਾਰਾਜ ਨੰਗੇ ਪੈਰੀ ਭਜਾਵਾਂਗੇ, ਆ ਲੈਣ ਤੋਂ ਇੱਕ ਦਿਨ ਪਹਾੜੀਆਂ ਨੂੰ। ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਉਧਰ ਪਹਾੜੀਏ ਤੇ ਇਧਰ ਕਲਗੀਧਰ ਮਹਾਰਾਜ ਦੇ ਸੂਰਮੇ, ਦੋਵੇਂ ਪਾਸੇ ਜੋ ਆਪਸ ਵਿੱਚ ਸ਼ਤਰਤਾ ਵੈਰ ਵਿਰੋਧ ਪੈ ਗਿਆ ਹੈ। ਹਮੇਸ਼ਾ ਹੀ ਇਹਦੇ ਦ੍ਰਿੜਤਾ ਹੁੰਦੀ ਹੈ। ਪਹਾੜੀਆ ਵੀ ਕਹਿੰਦਾ ਹੈ ਵੀ ਮੈਂ ਮਹਾਰਾਜ ਨੂੰ ਕੱਢਣਾ ਹੈ, ਮੇਰੀ ਰਿਆਸਤ 'ਚ ਹੈ। ਗੁਰੂ ਕੇ ਸਿੱਖ ਵੀ ਕਹਿੰਦੇ ਅਸੀਂ ਪਹਾੜੀਆਂ ਨੂੰ ਆਪਣੇ ਹੱਥ ਵਿਖਾਉਣੇ ਹਨ। ਕਹਿੰਦੇ ਜੰਗ ਜਿਹੜਾ ਹੈ ਨਾ, ਇਹਨੂੰ ਮਿਟਣ ਦਾ ਇੱਕੋ ਹੀ ਕਾਰਨ ਹੈ, ਜਿਹੜਾ ਅਜਮੇਰ ਚੰਦ ਦਾ ਵਿਆਹ ਹੈ, ਇਹੀ ਜੰਗ ਨੂੰ ਰੋਕੀ ਬੈਠਾ ਏ। ਜੇ ਭੀਮ ਚੰਦ ਦੇ ਮੁੰਡੇ ਅਜਮੇਰ ਚੰਦ ਦਾ ਵਿਆਹ ਨਾ ਹੁੰਦਾ ਤਾਂ ਕਹਿੰਦੇ ਫਿਰ ਚੰਗੀ ਤਰ੍ਹਾਂ ਜੰਗ ਯੁੱਧ ਸ਼ੁਰੂ ਹੋ ਜਾਣਾ ਸੀ ਹੁਣ ਤੀਕਰ। ਇੱਧਰ ਆਨੰਦਪੁਰ ਸਾਹਿਬ ਉਧਰ ਬਿਲਾਸਪੁਰ ਵਿੱਚ ਦੋਵੇਂ ਪਾਸੇ ਤਿਆਰੀਆਂ ਹੁੰਦੀਆਂ ਹਨ। ਆ ਜੰਗ ਦਾ ਸਮਾਜ ਇਕੱਠਾ ਕਰੀ ਜਾਂਦੇ ਨੇ, ਘੋੜੇ ਸੂਰਮੇ ਸ਼ਸਤਰ ਆਦਿਕ। ਆ ਸੂਰਮੇ ਸ਼ਸਤਰਾਂ ਦੇ ਸਹਿਤ ਹੋ ਕੇ ਬੜੇ ਉਤਸ਼ਾਹ ਵਿੱਚ ਨੇ, ਚਾਹ ਹੈ ਸੂਰਮਿਆਂ ਨੂੰ। ਤੇ ਕਈ ਤਰ੍ਹਾਂ ਦੇ ਉਤਸ਼ਾਹ ਬੁਝਾਉਣ ਵਾਲੇ ਬਾਜੇ ਵੀ ਵੱਜਦੇ ਹਨ ਦਲਾਂ ਦੇ ਵਿੱਚ, ਮਿਸਲਾਂ ਦੇ ਵਿੱਚ। ਜਦੋਂ ਬਾਜੇ ਵੱਜਦੇ ਨੇ, ਨਗਾਰਾ ਵੱਜਦਾ ਏ, ਸੂਰਮੇ ਗੱਤਕਾ ਖੇਡਦੇ ਨੇ ਤੇ ਜੋਸ਼ ਵੱਧਦਾ ਹੈ ਵੀ ਕਦੋਂ ਜੰਗ ਹੋਵੇ ਤੇ ਅਸੀਂ ਆਪਣੇ ਜੌਹਰ ਵਿਖਾਈਏ। ਇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੋ ਗੁਲਾਮੀ ਗਲੋਂ ਲਾਉਣ ਆਏ ਸੀ ਤੇ ਗੁਲਾਮੀ ਲਾ ਕੇ ਗਏ, ਉਹ ਗਰੀਬ ਨਵਾਜ਼ ਸਾਹਿਬ ਚੜ੍ਹਦੀ ਕਲਾ ਦੇ ਬਚਨ ਕਰਕੇ ਸੂਰਮਿਆਂ ਨੂੰ ਬਹਾਦਰੀ ਸਿਖਾਉਂਦੇ ਨੇ। ਮਸੰਦ ਡਰਦੇ ਨੇ, ਪਰ ਮਹਾਰਾਜ ਕਹਿੰਦੇ ਵੀ ਅਸੀਂ ਪਹਾੜੀਆਂ ਦਾ ਹੰਕਾਰ ਜ਼ਰੂਰ ਤੋੜਾਂਗੇ। ਜਿਨ੍ਹਾਂ ਨੂੰ ਆਪਣੇ ਰਾਜਪੂਤਾਨੇ ਦਾ ਮਾਣ ਹੈ ਵੀ ਅਸੀਂ ਰਾਜਪੂਤ ਹੈ, ਅਸੀਂ ਰਾਜੇ ਹੈ, ਇਹਨਾਂ ਦਾ ਹੰਕਾਰ ਚੰਗੀ ਤਰ੍ਹਾਂ ਤੋੜਾਂਗੇ, ਕਿਉਂਕਿ ਸਾਨੂੰ ਹੁਕਮ ਅਕਾਲ ਪੁਰਖ ਦਾ ਹੈ। ਸਤਿਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਅੰਧਕੂਪ ਮਹਾ ਭਿਆਨ। ਨਾਨਕ ਪਾਰ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਜੋ ਸ਼ਰਧਾ ਕਰ ਸੇਵੰਦ, ਵਾਹਿਗੁਰੂ ਪਾਰੇ ਉਤਾਰ। ਜੋ ਸ਼ਰਧਾ ਕਰ ਸੇਵੰਦ, ਵਾਹਿਗੁਰੂ ਪਾਰੇ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।